जय गुरुदेव जय भीम। मैं रामचाल प्रोग्राम पख दे मसले हर वीरवार की तरह अज भी 7 तो 8 आप जी रूबरू और अज मेरे नाल ने सिर्फ तो सिर्फ कुलवंत जी। जय गुरुदेव जय भीम। हाँ जी जय गुरुदेव जय भीम चाहल जी तो देख रहे ਸਰੋਤਿਆਂ ਨੂੰ भी मेरे वालों जय गुरुदेव जय भीम तो साਰਿਆਂ ਨੂੰ सत श्री अकाल। प्यारे दर्शकों, पिछले दिनी असी ज़्यादा बहुजन समाज पार्टी की गल की सी और बहुत सारिया होर भी पार्टियां की गल की सी, पर इस बारी बहुजन समाज पार्टी की किसी होर तरफ तो असी गल कर रहे हैं कि जिमें बाकी पार्टियां दे विच कड्ढण कढाउण दी काम हो रहे ने, अज BSP दे विच भी हो चुका है। रिछपाल राजू जो पिछले समय दे विच बहुजन समाज पार्टी के उस वेले के प्रधान रहे ने, जिस वेले दे कई सालों के प्रधान नूं बाहरला रस्ता दिखाने के लिए बड़ियां मुश्किलों का सामना करना पिया सी कि इत्थों तक चंडीगढ़ के विच रैली करके भैन जी मायावती के मूँह स्टेज पर सद के खबरदार किया कि वो पंजाब के विच बिल्कुल ना बनन और उन्होंने हिमाचल जां होर एरिए के सूबे के कोआर्डीनेटर लाया गया सी। रिछपाल राजू का की कारण रहा ये सानू भी नहीं पता, कुलवंत जी नूं भी नहीं पता, आप जी नूं पता होएगा। अपनियां फोन लाइनां जदों ओपन होणगीआं ਉਹਦੇ ਬਾਰੇ ਤੁਸੀਂ ਸਾਨੂੰ ਦੱਸ ਸਕਦੇ ਆ, ਭਾਵੇਂ ਕਿ ਪ੍ਰੋਗਰਾਮ ਸਾਡਾ ਹੋਰ ਵੀ ਚੱਲਦਾ ਹੋਵੇ, ਤੁਹਾਡੀ ਗੱਲ ਅਸੀਂ ਇਸ ਬਾਰੇ ਵੀ ਲੈ ਲਾਂਗੇ ਕਿ ਰਿਛਪਾਲ ਰਾਜੂ ਨੂੰ ਕਿਸ ਕਾਰਨ ਉਸ ਨੂੰ ਪਾਰਟੀ ਚੋਂ ਕੱਢਿਆ ਗਿਆ। ਉਸ ਦੇ ਆਪਣੀ ਇੰਟਰਵਿਊ ਸੁਣਦੇ ਆ ਤਾਂ ਉਸ ਦੇ ਬਿਆਨ ਕੁਝ ਹੋਰ ਨੇ, ਲੋਕਾਂ ਦੀ ਗੱਲ ਸੁਣਦੇ ਆ ਤਾਂ ਬਿਆਨ ਕੁਝ ਹੋਰ ਨੇ। ਤੁਹਾਡੀ ਨਜ਼ਰ 'ਚ ਰਿਛਪਾਲ ਰਾਜੂ ਬਾਰੇ ਕੀ ਬਿਆਨ ਨੇ ਉਸ 'ਤੇ ਵੀ ਗੱਲ ਕਰਾਂਗੇ। ਆਓ ਚੱਲਦੇ ਆ। ਪਿੰਡਾਂ ਦੇ ਵਿੱਚ ਅੱਜ ਕੱਲ੍ਹ ਨੇਤਾਵਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ जब तक किसानी अंदोलन शुरू होया है और किसान ज़्यादातर पंजाब दे विच पिंडां 'च ज़्यादा हुंदे ने, पिंडां दे विच किसानां दी हालत नूं देखदिआं जो अज हालात दिसदे ने सामने, वो ये ने कि किसान जिहड़े आ वो रल के इकट्ठे हो के जिथे भी कोई लीडर आउंदा वो उस दे दुआले हो रहे हैं। की विचार है तुहाडे कोल, की खबर है कुलवंत जी? हाँ जी चाहल जी, ਜਿਹੜੀ ਤੁਸੀਂ ਗੱਲ ਕਰ ਰਹੇ ਆ ਇਹ ਗੱਲ ਕਰ ਰਹੇ ਆ ਜਿਹੜੇ ਕਿ ਧਰਮ ਸੋਤ ਆਪਣੇ ਹੈਗੇ ਆ MLA, ਉਹਨੂੰ ਦੇਖਿਆ ਵੀ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ। ਤਾਂ ਪਿੰਡਾਂ ਦੇ ਵਿੱਚ ਜਦੋਂ ਉਹ ਗਏ, ਇੱਕ ਉਹ ਸੜਕ ਦਾ ਉਦਘਾਟਨ ਕਰਨ ਗਏ ਜਿਹੜੇ ਕਿ ਇਹ ਨਾਭਾ ਦੇ ਕੋਲ ਚਹਿਲ ਪਿੰਡ ਦੇ ਵਿੱਚ ਆ, ਤਾਂ ਉੱਥੇ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਲੋਕਾਂ ਨੇ ਬੜੇ ਜੰਮ ਕੇ ਕੀਤੇ, ਕਿਉਂਕਿ ਬਹੁਤ ਲੋਕ ਆ ਜਿਹੜੇ ਬਹੁਤ ਤੱਤੇ ਹੋਏ ਫਿਰਦੇ ਆ ਚਾਹਲ ਜੀ। ਕਿਉਂਕਿ ਲੋਕਾਂ ਨੇ ਇੱਥੋਂ ਤੱਕ ਸਵਾਲ ਜਵਾਬ ਕੀਤੇ ਵੀ ਜਿਹੜੀਆਂ ਤੁਸੀਂ ਨੌਕਰੀਆਂ ਦਿੱਤੀਆਂ ਸਾਨੂੰ ਉਹ ਕਿੱਥੇ ਆ? ਪਹਿਲਾਂ ਤਾਂ ਵੀ ਉਹ ਕੀ ਗੱਲ ਲਾਂਭਲੇ ਪਿੰਡ ਹੀ ਦੇ ਆਏ ਜਾਂ ਸਾਡੇ ਪਿੰਡ ਵੀ ਨੇ? ਫਿਰ ਜਿਹੜੀ 8 ਘੰਟੇ ਬਿਜਲੀ ਦੀ ਗੱਲ ਕਰਦੇ ਸੀਗੇ ਤਾਂ ਉਹ ਵੀ ਉਹਨਾਂ ਨੇ ਕੁਐਸਚਨ ਕੀਤਾ ਵੀ ਲੋਕਾਂ ਨੂੰ ਬਿਜਲੀ ਬਹੁਤ ਮਿਲ ਰਹੀ ਆ ਤੇ ਲੋਕਾਂ ਦੇ ਜਿਹੜੇ ਬਿੱਲ ਆ ਉਹ ਬਹੁਤ ਜ਼ਿਆਦਾ ਆ ਰਹੇ ਆ, ਸੋ ਬਿਜਲੀ ਤੁਹਾਨੂੰ ਘੱਟ ਭੇਜਣੀ ਚਾਹੀਦੀ ਆ, ਘੱਟ ਦੇਣੀ ਚਾਹੀਦੀ ਆ। ਸੋ ਹੋਰ ਉਹਦੇ ਨਾਲ ਲੱਗਦੀਆਂ ਜਿਹੜੀਆਂ ਗੱਲਾਂ ਸੀਗੀਆਂ, ਦੇਖੋ ਇਹ ਉਹੀ ਧਰਮ ਸੋਧ ਆ ਜਿਹਨੇ ਵਜ਼ੀਫੇ ਲੋਕਾਂ ਦੇ ਖਾਧੇ, ਸਕਾਲਰਸ਼ਿਪਾਂ ਖਾਧੀਆਂ। ਤਾਂ ਇਹ ਤੇ ਇੱਕ ਸਿੰਗਲ ਆ ਦੇ ਨਾਲ ਦੋਨੋਂ ਇਹ MLA ਜਿਹੜੇ ਉਦਘਾਟਨ ਕਰਨ ਗਏ ਤਾਂ ਲੋਕਾਂ ਦੇ ਇਹ ਤਲਖੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਚਾਲ ਜੀ ਦੇਖੋ ਲੋਕ ਬਹੁਤ ਤੱਤੇ ਹੋਏ ਆ, ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਜਿਹੜੇ 700 ਕਿੱਲੇ ਤੁਸੀਂ ਜ਼ਮੀਨਾਂ ਦੇ ਬਣਾ ਲਏ ਆ ਉਹ ਤੁਹਾਡੇ ਕੋਲ ਕਿੱਥੋਂ ਆਏ ਆ ਜੀ। ਅਸੀਂ ਅੱਜ ਰੋਡਾਂ 'ਤੇ ਬੈਠੇ ਹਾਂ, ਸੜਕਾਂ 'ਤੇ ਬੈਠੇ ਹਾਂ, ਹਾਲਾਤ ਇਹੋ ਜਿਹੇ ਬਣਾ ਦਿੱਤੇ ਆ, ਸਾਡੇ ਕੋਲ ਕੋਈ ਨੌਕਰੀ ਨਹੀਂ, ਰੋਟੀ ਖਾਣ ਲਈ ਕੋਈ ਸਾਡੇ ਕੋਲ ਅੰਨ ਦਾਣਾ ਹੈ ਨਹੀਂ ਗਾ, ਬੁਰੇ ਹਾਲਾਤ ਸਾਡੇ ਕਰ ਦਿੱਤੇ ਆ, ਸਾਡੇ ਬੱਚੇ ਜਿਹੜੇ ਉਹ ਭੁੱਖੇ ਮਰ ਰਹੇ ਆ। ਜਾਣੀ ਇਹ ਲੋਕ ਆ ਵੀ ਜੋ ਤੁਸੀਂ ਵੋਟਾਂ ਮੰਗਣ ਆਉਂਦੇ ਆ, ਸਾਡੇ ਤੁਹਾਡੇ ਨਾਲ ਆ ਜਿਹੜੇ ਜਦੋਂ ਵੋਟਾਂ ਲੈਣ ਲਈ ਆਏ ਸੀਗੇ। ਦੇਖੋ ਇੱਥੋਂ ਤੱਕ ਕਿਹਾ ਇੱਕ ਬੀਬੀ ਨੇ ਵੀ ਤੁਹਾਡੇ ਨਾਲ ਤਾਂ 2 ਜਾਂ 3 ਪੁਲਿਸ ਵਾਲੇ ਹੁੰਦੇ ਸੀਗੇ, ਹੁਣ ਤੁਸੀਂ ਜਿਹੜੇ ਪੁਲਿਸ ਵਾਲੇ ਆ ਉਹ 150 ਨਾਲ ਲਈ ਫਿਰਦੇ ਆ। ਹੁਣ ਤੁਹਾਨੂੰ ਕੀ ਡਰ ਆ? ਹੁਣ ਵੀ ਉਹੀ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ, ਹੁਣ ਕੀ ਡਰ ਪੈ ਗਿਆ ਤੁਹਾਨੂੰ? ਕਿਉਂ ਨਹੀਂ ਤੁਸੀਂ ਇਹਨਾਂ ਤੋਂ ਬਿਨਾਂ ਆ ਸਕਦੇ? ਸੋ ਚਾਹਲ ਜੀ ਦੇਖਦੇ ਹੋ ਤੁਸੀਂ ਅੱਗੇ ਦੇਖੀ ਜਾਓ, ਇਹ ਲੋਕ ਜਾਣੀ ਕਿ ਪੁਲਿਸ ਵਾਲੇ ਤਾਂ ਕੀ ਇਹਨਾਂ ਨੂੰ ਫੌਜ ਨਾਲ ਰੱਖਣੀ ਪਿਆ ਕਰਨੀ ਆ। ਜਾਣੀ ਇਹੋ ਜਿਹੇ ਹਾਲਾਤ ਲੋਕਾਂ ਦੇ ਪਿੰਡਾਂ ਦੇ ਵਿੱਚ ਬਣਦੇ ਜਾ ਰਹੇ ਆ। ਸੋ ਇਹਨਾਂ ਦਾ ਹਾਲਾਤ ਇਹੋ ਜਿਹੇ ਬਣਾ ਦਿੱਤੇ ਆ ਇਹਨਾਂ ਨੇ। ਸੋ ਪੰਜਾਬ ਦਾ ਇਹ ਹਾਲਾਤ ਹੈ ਅੱਜ। ਬਿਲਕੁਲ कमल जी की गल दुरुस्त है कि बहुत सारा जदा किसानी अंदोलन शुरू होया और इस अंदोलन तो बाद जो वो गल नहीं बन रही सी जिहड़ी बननी चाहिए, जो सोचा सी उस तरीके का नहीं होया।
ਉਸ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਕੀਤਾ ਬਹੁਤ ਸਾਰੇ ਵੀ ਚਲੋ ਆਪੋ ਆਪਣੇ ਪਿੰਡਾਂ 'ਚ ਜਾਓ, ਇਹਨਾਂ ਨੂੰ ਵੜ ਨਾ ਦਿੱਤਾ ਜਾਵੇ। ਇਹ ਜਿਹੜੀ ਨਵੀਂ ਤਰ੍ਹਾਂ ਦੀ ਲੜਾਈ ਆ ਰਹੀ ਆ, ਇਹਦੇ 'ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਹਾਲਾਤ ਜਿਹੜੇ ਪੰਜਾਬ ਦੇ ਖਰਾਬ ਹੋਣਗੇ ਉਨੀ ਦਿਨ ਹੀ ਜਦੋਂ ਇਲੈਕਸ਼ਨ ਹੋਣਗੇ, ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੀ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਸਿੱਧੂ ਦੇ ਕਾਫੀ ਨਾਅਰੇਬਾਜ਼ੀ ਚੱਲ ਰਹੀ, ਸਿੱਧੂ ਦੇ ਕਾਫੀ ਤੱਤੇ ਬਿਆਨ ਸੀ, ਲੇਕਿਨ ਅੱਜ ਕੱਲ੍ਹ ਸਿੱਧੂ ਕੁਆਇਟ ਆ। ਸੁਣਿਆ ਕਿ ਰਾਹੁਲ ਤੇ ਰਾਹੁਲ ਦੀ ਮੰਮੀ ਤੇ ਸਿਸਟਰ ਨੂੰ ਵੀ ਮਿਲ ਕੇ ਆਏ ਨੇ। ਕੀ ਖਬਰ ਆਈ ਤੁਹਾਡੇ ਕੋਲ ਇਹਦੇ ਬਾਰੇ? ਹਾਂਜੀ ਚਾਹਲ ਜੀ, ਇਹ ਲੇਟੈਸਟ ਜਿਹੜੀ ਖਬਰ ਆ ਸਿੱਧੂ ਦੇ ਬਾਰੇ ਜਿਹੜੀ ਆ ਰਹੀ ਆ, ਕੱਲ੍ਹ ਦੇਖੋ ਸਿੱਧੂ ਦੀ ਮੀਟਿੰਗ ਹੈ ਜਿਹੜੀ ਉਹ ਹਾਈ ਕਮਾਂਡ ਦਿੱਲੀ ਦੇ ਵਿੱਚ, ਇਹ ਦੱਸਿਆ ਜਾਂਦਾ ਵੀ ਸੋਨੀਆ ਗਾਂਧੀ ਦੇ ਨਾਲ ਤੇ ਜਿਹੜੀ ਮੇਨਕਾ ਗਾਂਧੀ ਉਹਦੇ ਨਾਲ ਤੇ ਨਾਲ ਰਾਹੁਲ ਗਾਂਧੀ ਦੇ ਨਾਲ ਜਿਹੜੀ ਮੀਟਿੰਗ ਆ ਉਹ ਦੱਸੀ ਗਈ ਆ ਕਿ ਉਹਨਾਂ ਦੀ ਹੋਈ ਆ। ਤੇ ਅੱਜ ਉਹ ਸਾਰੇ ਜਿਹੜੇ ਪ੍ਰਣਾਮ ਆ ਉਹ ਬਾਹਰ ਵੀ ਨਿਕਲ ਕੇ ਆ ਗਏ ਆ ਕਿ ਉਹਨਾਂ ਦੀ ਮੀਟਿੰਗ ਹੋ ਚੁੱਕੀ ਆ ਤੇ ਹੋ ਗਈ ਆ ਤੇ ਸਕਸੈਸਫੁਲ ਰਹੀ ਆ। ਹੁਣ ਦੇਖਣਾ ਇਹ ਆ ਵੀ ਸਿੱਧੂ ਨੂੰ ਜਿਹੜਾ ਲੱਗਦਾ ਇਹ ਆ ਵੀ ਕਾਫੀ ਵੱਡਾ ਉਹਦਾ ਜਿਹੜਾ ਉਹ ਪੰਜਾਬ ਦੇ ਲਈ, ਪੰਜਾਬ ਦੇ ਕਾਂਗਰਸ ਦੇ ਵਿੱਚ ਉਹ ਦਿੱਤਾ ਜਾ ਰਿਹਾ। ਜਾਣੀ ਹੁਣ ਗੱਲ ਇਹ ਆ ਵੀ ਕੀ ਸਿੱਧੂ ਚੌਕਾ ਮਾਰੂਗਾ ਜਾਂ ਛਿੱਕਾ ਮਾਰੂਗਾ, ਗੱਲ ਹਜੇ ਚਾਹਲ ਜੀ ਇੱਦਾਂ ਆ ਵੀ ਜਿਹੜਾ ਫੈਸਲਾ ਆ ਹਜੇ ਉਹ ਅੰਪਾਇਰ, ਥਰਡ ਅੰਪਾਇਰ ਨਹੀਂ ਹੁੰਦਾ ਜਿਹੜਾ, ਜਿੱਦਾਂ ਥਰਡ ਅੰਪਾਇਰ ਦੇ ਕੋਲ ਆ ਵੀ ਉਹ ਛਿੱਕਾ ਵੱਜਿਆ ਜਾਂ ਚੌਕਾ ਹੀ ਆ। ਜਿਹੜੀ ਇਹੋ ਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਦਿੱਲੀ ਦੇ ਵਿੱਚ ਜਿਹੜੀ ਕਾਂਗਰਸ ਦਾ ਘਸਮਾਨ ਚੱਲ ਰਿਹਾ ਉਹਨਾਂ ਦੇ। ਹੁਣ ਇਹ ਦੇਖਣ ਨੂੰ ਆ ਵੀ ਕੈਪਟਨ ਨੂੰ ਵੀ ਉਹਨਾਂ ਨੇ ਹਾਈ ਕਮਾਂਡ ਨੇ ਸੱਦ ਲਿਆ ਹੈ ਦਿੱਲੀ ਦੇ ਵਿੱਚ, ਸ਼ਾਇਦ ਕਿ ਕੱਲ੍ਹ ਨੂੰ ਜਿਹੜੇ ਲੰਚ ਦੇ ਵਿੱਚ, ਮੈਨੂੰ ਲੱਗਦਾ ਕਿ ਲੰਚ ਦੇ ਲਈ ਉਹਨਾਂ ਨੇ ਸੱਦ ਲਿਆ ਤਾਂ ਇਹ ਵੀ ਆਪਣੇ ਜਿਹੜੇ MLA ਆ ਜਾਂ ਵਿਧਾਇਕ ਆ ਜਾਂ ਹੋਰ ਜਿਹੜੇ ਵੀ ਆ ਨਾਲ ਲੈ ਕੇ ਆਪਣੀ ਬਹੁਮਤ ਦੱਸਣ ਲਈ ਕਿ ਅਸੀਂ ਇੰਨੇ ਕੁ MLA ਜਿਹੜੇ ਮੇਰੇ ਨਾਲ ਆ, ਜਾਂ ਇਹ ਉਹਨਾਂ ਨੂੰ ਇਹ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਹੁਣ ਮੇਰੇ ਖਿਆਲ ਨਾਲ ਇਹ ਜਿਹੜੇ ਕੈਪਟਨ ਵੀ ਕੱਲ੍ਹ ਨੂੰ ਜਾਣਗੇ ਤਾਂ ਮੀਟਿੰਗ ਹੋਣਗੀਆਂ। ਦੇਖਦੇ ਹਾਂ 1-2 ਦਿਨਾਂ ਦੇ ਵਿੱਚ ਕੀ ਬਾਹਰ ਆਉਂਦਾ। ਜੀ, ਬਸਪਾ ਦਾ ਜਿਵੇਂ ਅਕਾਲੀ ਦਲ ਨਾਲ ਸਮਝੌਤਾ ਹੋਇਆ ਔਰ ਸਿੱਧੂ ਦਾ ਵੀ ਲੜਾਈ ਝਗੜਾ ਕਾਫੀ ਸਾਹਮਣੇ ਆਇਆ। ਸਿੱਧੂ ਦੀ ਮਿਲਣੀ ਹੋਈ ਆ ਰਾਹੁਲ ਦੇ ਨਾਲ, ਰਾਹੁਲ ਦੀ ਮੰਮੀ ਨਾਲ, ਰਾਹੁਲ ਦੇ ਸਿਸਟਰ ਦੇ ਨਾਲ, ਔਰ ਬਹੁਤ ਸਾਰੇ ਲੀਡਰਾਂ ਦਾ, ਖਹਿਰੇ ਦਾ ਵੀ ਇੱਧਰ ਉੱਧਰ ਹੋਣਾ। ਇਲੈਕਸ਼ਨ ਹਾਲੇ 2 ਸਾਲ ਆ, ਬਸਪਾ ਦੇ ਵਿੱਚ ਵੀ ਸ਼ੁਰੂਆਤ ਹੋ ਗਈ ਆ, ਉਹੀ ਕੰਮ ਜਿਹੜਾ ਦੂਜਿਆਂ 'ਚ ਹੋ ਰਿਹਾ। ਕੀ ਲੱਗਦਾ ਕਿ ਇਹ ਜੋ ਕੁਛ ਹੋ ਰਿਹਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਸੀਟਾਂ ਆ MLA ਦੀਆਂ ਜਾਂ ਮੰਤਰੀ ਦੀਆਂ ਜਾਂ ਮੁੱਖ ਮੰਤਰੀ, ਜ਼ਿਆਦਾਤਰ ਉਪ ਮੁੱਖ ਮੰਤਰੀ ਦੇ ਦੁਆਲੇ ਬਹੁਤ ਹੋ ਰਹੇ ਨੇ ਇਸ ਵੇਲੇ ਆਪਣੇ ਕਮਲ ਜੀ, ਕੀ ਲੱਗਦਾ ਕਿ ਇਹ ਜਿਹੜਾ ਕਾਟੋ ਕਲੇਸ਼ ਆ ਆਉਣ ਵਾਲੀਆਂ ਇਲੈਕਸ਼ਨ ਨੂੰ ਲੈ ਕੇ ਆ ਜਾਂ ਆਪੋ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਆ? ਲੋਕਾਂ ਦੀ ਤਾਂ ਕਿਤੇ ਗੱਲ ਹੀ ਨਹੀਂ ਹੋ ਰਹੀ। ਨਹੀਂ ਦੇਖੋ, ਜਦੋਂ ਚਾਹਲ ਜੀ ਆਪਾਂ ਅੱਗੇ ਵੀ ਦੇਖਦੇ ਹਾਂ ਵੀ 5 ਸਾਲ ਬਾਅਦ ਵੋਟਾਂ ਆਉਂਦੀਆਂ, ਵੋਟਾਂ ਦੇ ਵਿੱਚ ਜਿਹੜਾ ਕਾਟੋ ਕਲੇਸ਼ ਆ ਉਹ ਹਰ ਇੱਕ ਪਾਰਟੀ ਦਾ ਆਪਸ ਵਿੱਚ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ। ਉਹ ਚਾਹੇ BSP ਹੋਵੇ, ਚਾਹੇ ਉਹ ਅਕਾਲੀ ਦਲ ਪਾਰਟੀ ਹੋਵੇ, ਚਾਹੇ ਆਮ ਆਦਮੀ, ਚਾਹੇ ਉਹ ਕਾਂਗਰਸ ਹੈ ਜਾਂ ਕੋਈ ਹੋਰ ਹੋਵੇ। ਉਹਦੇ ਕਾਰਨ ਇਹ ਨੇ ਵੀ ਹਰ ਇੱਕ ਜਿਹੜਾ ਕੈਂਡੀਡੇਟ ਆ, ਜਿਹੜੇ ਵਿਧਾਇਕ ਆ ਜਾਂ ਕੁਛ ਵੀ ਆ ਜਾਂ ਉਹ ਚੁਣੇ ਹੋਏ ਨੁਮਾਇੰਦੇ ਆ, ਉਹ ਛੱਡਣੀ ਨਹੀਂ ਚਾਹੁੰਦੇ ਕੁਰਸੀ ਤੇ ਅੱਗੇ ਕਿਸੇ ਹੋਰ ਨੂੰ ਆਉਣ ਦੇਣਾ ਨਹੀਂ ਚਾਹੁੰਦੇ। ਜਾਂ ਤਾਂ ਗਵਰਨਮੈਂਟ ਨੂੰ ਚਾਹੀਦਾ ਜਾਂ ਇਹਨਾਂ ਨੂੰ ਆਪ ਚਾਹੀਦਾ ਵੀ ਜੇ ਇੱਕ ਵਾਰੀ ਇਲੈਕਟ ਹੋਇਆ ਜਿਹੜਾ ਆਦਮੀ ਆ ਉਹ ਦੂਸਰੀ ਵਾਰੀ ਇਲੈਕਟ ਨਹੀਂ ਹੋ ਸਕਦਾ। ਜਾਂ ਤਾਂ ਇਹੋ ਜਿਹੇ ਇਹਨਾਂ ਦੇ ਜਿਹੜੇ ਸੰਵਿਧਾਨ ਦੇ ਵਿੱਚ ਆ ਇਹ ਜਿਹੜੀ ਰਣਨੀਤੀ ਬਣਾਉਂਦੇ ਆ ਉਹਦੇ ਵਿੱਚ ਇਹ ਲਿਖਣਾ ਚਾਹੀਦਾ ਜਾਂ ਕਰਨਾ ਚਾਹੀਦਾ, ਤਾਂ ਥੋੜ੍ਹੇ ਜਿਹੇ ਮਸਲੇ ਆ ਜਿਹੜੇ ਹੋਰ ਹੱਲ ਹੋ ਸਕਦੇ ਆ। ਹੁਣ ਦੇਖੋ ਬਾਦਲ 5 ਵਾਰੀ ਮੁੱਖ ਮੰਤਰੀ ਬਣ ਗਿਆ, ਹੋਰ ਬਹੁਤ ਸਾਰੇ ਇਹੋ ਜਿਹੇ ਵਿਧਾਇਕ ਆ ਜਿਹੜੇ 4-4 ਵਾਰੀ 5-5 ਵਾਰੀ ਮੁੱਖ ਮੰਤਰੀ ਵਿਧਾਇਕ ਬਣੇ ਹੋਏ ਆ, MLA ਬਣੇ ਜਾਂ MP ਬਣੇ ਆ। ਦੇਖੋ ਇਹ ਕਾਟੋ ਕਲੇਸ਼ ਤਾਂ ਫਿਰ ਰਹੂਗਾ ਹੀ, ਕੁਰਸੀ ਛੱਡਣ ਨੂੰ ਚਾਹਲ ਜੀ ਕਿਸੇ ਦਾ ਵੀ ਜੀ ਨਹੀਂ ਕਰਦਾ ਹੈਗਾ। ਜਾਣੀ ਆਪਾਂ ਪੰਜਾਬ ਦੀ ਜਾਂ ਪੂਰੇ ਭਾਰਤ ਦੀ ਗੱਲ ਲਾਈਏ ਤਾਂ ਉੱਥੇ ਤਾਂ ਸਰਪੰਚ ਵੀ ਬਣਿਆ ਮਾਨ ਨਹੀਂ ਹੈਗਾ, ਉਹ ਵੀ ਕਹਿੰਦਾ ਕਿ ਮੈਂ ਅਗਲੀ ਵਾਰੀ ਸਰਪੰਚ ਮੈਂ ਹੀ ਬਣਨਾ ਤੇ ਦੂਸਰਾ ਕੋਈ ਹੋਰ ਬਣੇ ਨਾ। ਇਹ ਸਾਡਾ ਸਭ ਤੋਂ ਵੱਡਾ ਜਿਹੜੀ ਦੁਰਦਸ਼ਾ ਸਾਡੇ ਭਾਰਤ ਦੀ ਹੋ ਰਹੀ ਆ, ਇਹ ਵੀ ਇੱਕ ਵੱਡੇ ਕਾਰਨ ਨੇ ਵੀ ਅਸੀਂ ਜਿਹੜੇ ਡਿਜ਼ਰਵ ਕਰਦੇ ਆ ਕੈਂਡੀਡੇਟ ਹੋਣ, ਚਾਹੇ ਜੋਬਾਂ ਤੇ ਹੋਣ, ਚਾਹੇ ਉਹ ਹੋਰ ਵੀ ਕਿਸੇ ਪਾਸੇ ਲਾ ਲਓ, ਜਿਹੜੇ ਡਿਜ਼ਰਵ ਕਰਦੇ ਕੈਂਡੀਡੇਟ ਆ ਉਹਨਾਂ ਨੂੰ ਅਸੀਂ ਅੱਗੇ ਨਹੀਂ ਆਉਣ ਦਿੰਦੇ। ਸੋ ਜਿਹੜਾ ਇਹ ਕਹਾਣ ਆ, ਇਹ ਦੇਖੋ ਇਹ ਜਿਹੜੀ ਦੁਰਦਸ਼ਾ ਆ, ਚਾਹੇ ਉਹ ਪੋਲੀਟੀਕਲੀ ਲਾ ਲਓ ਚਾਹੇ ਉਹ ਸਮਾਜਿਕ ਲਾ ਲਓ, ਉਹ ਇਹ ਹੋ ਰਹੀ ਆ। ਇਹ ਵੱਡੇ ਕਾਰਨ ਨੇ। ਇਸੇ ਤਰ੍ਹਾਂ ਹੀ BSP ਦੀ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਦਾ ਜਿਹੜਾ ਆਪਸੀ ਘਸਮਾਨ ਆ ਉਹ ਸ਼ੁਰੂ ਹੋ ਗਿਆ ਆ ਬਾਕੀ ਪਾਰਟੀਆਂ ਤਰ੍ਹਾਂ। ਦੇਖੋ ਇਹ ਜ਼ਰੂਰੀ ਆ, ਇਹ ਤਾਂ ਹੋਣਾ ਹੀ ਸੀਗਾ ਕਿਉਂਕਿ ਹਰ ਕੋਈ ਜਿਹੜਾ ਆ ਉਹ ਕੈਂਡੀਡੇਟ ਆ ਜਿਹੜਾ ਉਹ ਆਪਣੇ ਆਪ ਨੂੰ MLA ਦੀ ਸੀਟ ਦਾ ਦਾਅਵੇਦਾਰ ਸਮਝਦਾ।
ਹੁਣ ਉਹਦੇ ਨਾਲ ਕੀ ਹੈ, ਇਹ ਮਾਇਆਵਤੀ ਨੇ ਤਾਂ ਚਾਹਲ ਜੀ ਇਹ ਪਹਿਲਾਂ ਹੀ ਕਹਿ ਦਿੱਤਾ ਵੀ ਜਿਹੜੇ ਸਾਡੀਆਂ ਸੀਟਾਂ ਤੇ ਜਿੰਨੇ ਵੀ ਸਮਝੌਤੇ ਹੋਏ ਆ, ਚਾਹੇ ਸਾਡੇ ਕੋਲ 20 ਸੀਟਾਂ ਆ, ਅਸੀਂ 20 ਸੀਟਾਂ ਤੇ ਜਿਹੜੇ ਵੀ ਕੈਂਡੀਡੇਟ ਅਨਾਉਂਸ ਕਰਾਂਗੇ ਜਾਂ ਸਾਨੂੰ 20 ਸੀਟਾਂ ਮਿਲੀਆਂ, ਅਸੀਂ ਉਹਨਾਂ ਨੂੰ ਉਹਨਾਂ ਦੇ ਵਿੱਚ ਫੇਰ ਬਦਲ ਨਹੀਂ ਕਰਾਂਗੇ। ਸੋ ਉਹਨਾਂ ਦੇ ਬਿਆਨ ਦੇ ਨਾਲ ਤਾਂ ਫਿਰ ਥੋੜ੍ਹਾ ਬਹੁਤਾ ਤਾਂ ਹਿਲਜੁਲ ਹੋਣੀ ਸੀ। ਸੋ ਇਹ ਹੋਈ ਹੈ। ਚੱਲ ਜੀ ਜਿਹੜੀਆਂ ਸੀਟਾਂ ਦੀ ਵੀ ਗੱਲ ਕਰ ਲਈਏ, ਸੀਟਾਂ ਮੈਨੂੰ ਲੱਗਦਾ ਇਹ ਉਹ ਹੀ ਨੇ ਜਿਹੜੀਆਂ ਭਾਜਪਾ ਨੂੰ ਛੱਡੀਆਂ, ਨਹੀਂ ਅਕਾਲੀ ਦਲ ਨੂੰ ਜੀ ਤਕਰੀਬਨ ਉਹ ਸੀਟਾਂ ਜਿਹੜੀਆਂ ਭਾਜਪਾ ਜਿੱਤੇ ਲੜਦੀ ਰਹੀ। ਹਾਂ ਅੱਛਾ, ਹੁਣ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਬੀਐਸਪੀ ਕੈਂਡੀਡੇਟ ਆ ਜਾਂ ਜਿਹੜੇ ਉਹਨਾਂ ਦੇ ਫੋਲੋਅਰ ਆ, ਉਹ ਇਹ ਕਹਿ ਰਹੇ ਆ ਜਿਵੇਂ ਫਲੋਰ ਦੀ ਸੀਟ ਆ ਉਹਦੇ ਉੱਤੇ ਕਾਫੀ ਘਸਮਾਨ ਸ਼ੁਰੂ ਹੋਇਆ ਨਾ, ਚਾਹੇ ਉਹ ਬੰਗਿਆਂ ਦੀ ਸੀਗੀ, ਚਾਹੇ ਉਹ ਆਦਮਪੁਰ ਦੀ ਸੀਗੀ, ਜਾਂ ਹੋਰ ਵੀ ਜਿਹੜੀਆਂ ਸੀਟਾਂ ਆ ਨਾ। ਸੋ ਦੇਖੋ ਇਹ ਚਾਹਲ ਜੀ, ਇਹ ਤਾਂ ਚਾਹੇ ਬੀਐਸਪੀ ਦੀ ਆਪਾਂ ਗੱਲ ਲਾ ਲਈਏ, ਚਾਹੇ ਕਾਂਗਰਸ ਦੀ ਲਾ ਲਈਏ, ਚਾਹੇ ਅਕਾਲੀ ਦਲ ਪਾਰਟੀ ਲਾ ਲਈਏ, ਇਹ ਤਾਂ ਤੁਸੀਂ ਨੇੜੇ ਹੋ ਕੇ ਜਦੋਂ ਜਿੱਦਾਂ ਇਲੈਕਸ਼ਨਾਂ ਲਾਗੇ ਆਉਣੀਆਂ ਤੁਸੀਂ ਦੇਖਿਓ ਇਹ ਤਾਂ ਸ਼ੁਰੂ ਹੋਣਾ ਹੀ ਹੋਣਾ ਆ। ਬਿਲਕੁਲ ਜੀ। ਪਿਆਰੇ ਦਰਸ਼ਕੋ, ਤੁਹਾਡਾ ਕੀ ਵਿਚਾਰ ਆ ਰਿਸ਼ਪਾਲ ਰਾਜੂ ਨੂੰ ਬਾਹਰ ਦਾ ਜੋ ਰਸਤਾ ਦਿਖਾਇਆ ਗਿਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਤੇ ਵਾਪਸ ਜਾਨੀ ਰਾਜੂ ਦੇ ਵਾਪਸ ਆਉਣ ਦੀ ਉਮੀਦ ਹੈ, ਜਾਂ ਪਰਮਾਨੈਂਟਲੀ ਹੈ, ਜਾਂ ਕੋਈ ਨਾ ਕੋਈ ਜੋ ਇਲਜ਼ਾਮ ਲਾਏ ਜਾ ਰਹੇ ਨੇ ਕਿਤੇ ਨਾ ਕਿਤੇ ਉਹ ਸੱਚ ਹੈ। ਫੋਨ ਲਾਈਨਾਂ ਓਪਨ ਹੈ ਔਰ ਸਾਡੇ ਕੋਲ ਟਾਈਮ ਨਹੀਂ ਦਿਸ ਰਿਹਾ ਇਸ ਵੇਲੇ ਕੀ ਹੈ। ਸੋ ਹੋਪ ਜਲਦੀ ਉਹ ਵੀ ਪਤਾ ਲੱਗੇਗਾ, ਔਰ ਜੋ ਤੁਹਾਡਾ ਵੀ ਜੋ ਵਿਊ ਹੈਗਾ ਉਹ ਵੀ ਆਪਣਾ ਤੁਸੀਂ ਫੋਨ 'ਤੇ ਦੇ ਸਕਦੇ ਹੋ। ਜਿਵੇਂ ਕਿ ਬਸਪਾ, ਅਕਾਲੀਆਂ ਦਾ, ਕਾਂਗਰਸ ਦਾ, ਇਹ ਸਾਰੇ ਦਾ ਝਗੜੇ ਜਿਹੜੇ ਸ਼ੁਰੂ ਹੋ ਚੁੱਕੇ ਆ ਔਰ 22 ਦੀਆਂ ਇਲੈਕਸ਼ਨਾਂ ਜਿਹੜੀਆਂ ਸਿਰ 'ਤੇ ਆ। ਉਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਵੀ ਇੱਕ ਐਲਾਨ ਦਾਗਿਆ ਗਿਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ 300 ਯੂਨਿਟ ਤੱਕ ਬਿਜਲੀ ਜਿਹੜੀ ਆ ਉਹ ਮਾफ़ ਕੀਤੀ ਜਾਏਗੀ। ਹਾਲਾਂਕਿ ਬਹੁਜਨ ਸਮਾਜ ਪਾਰਟੀ ਦੇ ਨਾਇਕ ਨੇ ਹਮੇਸ਼ਾ ਇਹ ਗੱਲ ਕਹੀ ਸੀ ਕਿ ਸਮਾਜ ਨੂੰ ਇਹੋ ਜਿਹਾ ਬਣਾਉਣਾ ਚਾਹੀਦਾ ਕਿ ਸਾਨੂੰ ਮੁਫਤ ਖਾਣ ਦੀ ਆਦਤ ਨਾ ਹੋਵੇ। ਅਸੀਂ ਯੂਕੇ 'ਚ ਰਹਿੰਦੇ ਹਾਂ, ਕਦੇ ਵੀ ਸਰਕਾਰਾਂ ਨੇ ਸਾਨੂੰ ਮੁਫਤ ਵਰਗੀ ਚੀਜ਼ ਦਾ ਲਾਲਚ ਨਹੀਂ ਦਿੱਤਾ। ਹਾਂ, ਪਿਛਲੇ ਇਲੈਕਸ਼ਨਾਂ ਦੇ ਵਿੱਚ ਲੇਬਰ ਪਾਰਟੀ ਨੇ ਸ਼ਾਇਦ ਭਾਰਤ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਪੂਰੇ ਯੂਕੇ ਦੇ ਵਿੱਚ ਨੈਟਵਰਕ ਵਾਈਫਾਈ ਜਾਨੀ ਨੈਟਵਰਕ ਨੂੰ ਫ੍ਰੀ ਕਰਨ ਦੀ ਪੇਸ਼ਕਸ਼ ਲਿਆਂਦੀ ਸੀ, ਲੇਕਿਨ ਉਹ ਵੀ ਜਿੱਤ ਨਹੀਂ ਸਕੀ, ਕਿਉਂਕਿ ਇੱਥੇ ਦੇ ਲੋਕ ਸਿਆਣੇ ਨੇ। ਉਹ ਚਾਹੁੰਦੇ ਨੇ, ਉਹਨਾਂ ਨੂੰ ਪਤਾ ਕਿ ਸਾਨੂੰ ਇਸ ਕਾਬਲ ਬਣਾਇਆ ਜਾਏ ਕਿ ਸਾਨੂੰ ਮੁਫਤ ਦੀ ਖਾਣ ਦੀ ਚੀਜ਼ ਲੋੜ ਨਾ ਪਵੇ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੋਲੋਂ ਅਣਖ ਖੋਹ ਕੇ ਉਹਨਾਂ ਨੂੰ ਕਣਕ ਦਿੱਤੀ ਹੋਈ ਆ, ਔਰ ਉਹ ਕਣਕ ਜਿਹੜੀ ਬਾਹਰ ਵੀ ਨਹੀਂ ਵਿਕਦੀ। ਯਾਦ ਹੋਵੇਗਾ ਦੁਬਈ ਦੇ ਵਿੱਚ ਸਾਡੀ ਕਣਕ ਪਹਿਲਾਂ ਜਾਇਆ ਕਰਦੀ ਸੀ, ਲੇਕਿਨ ਕੁਝ ਸਮੇਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡੀ ਕਣਕ ਦੇ ਵਿੱਚ ਉਹ ਤੱਤ ਹੀ ਹੈ ਨਹੀਂ ਜਿਹੜੇ ਸਾਡੇ ਲੋਕ ਖਾ ਸਕਣ। ਪਰ ਪੰਜਾਬ ਦੇ ਵਿੱਚ ਉਹੋ ਹੀ ਕਣਕ ਨੂੰ ਖਰੀਦ ਕੇ ਬਹੁਤ ਕੌਡੀਆਂ ਦੇ ਭਾਅ ਖਰੀਦ ਕੇ, ਹਾਲਾਂਕਿ ਪੈਸਾ ਵੀ ਸਰਕਾਰ ਦਾ ਦੇ ਵੀ ਦਿੱਤੀ ਤੁਹਾਨੂੰ ਜਾਂਦੀ, ਔਰ ਵੋਟਾਂ ਦੇ ਲੈਣ ਦੇ ਲਈ ਇੱਕ ਬੁਰਕੀ ਜਿਹੜੀ ਆ ਉਹ ਸਾਡੇ ਮੂੰਹ 'ਚ ਪਾਈ ਜਾਂਦੀ ਹੈ। ਆਮ ਆਦਮੀ ਪਾਰਟੀ ਨੇ ਵੀ 300 ਯੂਨਿਟ ਦੀ ਸ਼ੁਰੂਆਤ ਕਰ ਦਿੱਤੀ ਹੈ। ਤੁਹਾਡੇ ਕੀ ਵਿਚਾਰ ਹੈ ਜੀ? ਚਾਹਲ ਜੀ, ਜਿਹੜੀ ਆਮ ਆਦਮੀ ਪਾਰਟੀ ਨੇ ਹੁਣੇ ਰੀਸੈਂਟਲੀ ਧਮਾਕਾ ਕੀਤਾ ਪੰਜਾਬ ਦੇ ਵਿੱਚ ਆ ਕੇ, ਕੇਜਰੀਵਾਲ ਨੇ ਚੰਡੀਗੜ੍ਹ ਆ ਕੇ ਕਾਨਫਰੰਸ ਕੀਤੀ ਤਾਂ ਉਹਦੇ ਵਿੱਚ ਐਲਾਨ ਕੀਤਾ ਕਿ 300 ਯੂਨਿਟ ਆ ਜਿਹੜੇ ਉਹ ਅਸੀਂ ਮਾफ़ ਕਰਾਂਗੇ। ਪਹਿਲੇ 300 ਯੂਨਿਟ ਜਾਣੀ ਕਿ ਜੇਕਰ 300 ਯੂਨਿਟ ਤੋਂ ਜ਼ਿਆਦਾ ਯੂਜ਼ ਕਰਦੇ ਆ ਤਾਂ ਫਿਰ ਤੁਹਾਨੂੰ ਜਿਹੜਾ ਆ ਉਸ 300 ਯੂਨਿਟ ਯੂਜ਼ ਕੀਤੇ ਹੋਏ ਦਾ ਵੀ ਜਿਹੜਾ ਆ ਉਹਦਾ ਬਿੱਲ ਦੇਣਾ ਪਊਗਾ। ਜਾਣੀ ਇਹ ਗੱਲ ਸੀਗੀ, ਤੇ ਨਾਲ ਕਿਹਾ ਵੀ 8 ਘੰਟੇ ਜਿਹੜੀ ਬਿਜਲੀ ਆ ਉਹ ਤੁਹਾਨੂੰ ਮਿਲੂਗੀ ਜੀ ਬਿਨਾਂ ਕੱਟ ਤੋਂ। ਤੇ ਫਿਰ ਕਿਸਾਨਾਂ ਦੇ ਬਾਰੇ ਵੀ ਚਲੋ ਉਹਨੇ ਗੱਲ ਕੀਤੀ। ਦੇਖੋ ਇਹ ਚਾਹਲ ਜੀ, ਜਿਹੜੇ ਲੋਲੀਪੌਪ ਆ ਇਹ ਪੰਜਾਬ ਵਾਲਿਆਂ ਨੂੰ ਦਿੱਤੇ ਜਾਂਦੇ ਆ, ਪੂਰੇ ਭਾਰਤ ਦੇ ਵਿੱਚ ਦਿੱਤੇ ਜਾਂਦੇ ਆ। ਅਸੀਂ ਤਾਂ ਮੁਫਤ ਦੇ ਵਿੱਚ ਪਹਿਲਾਂ ਹੀ ਬਹੁਤ ਸਾਰਾ ਸਾਨੂੰ ਬਹੁਤ ਕੁਝ ਮਿਲ ਰਿਹਾ ਆ। ਅਸੀਂ ਤਾਂ ਜਾਣੀ ਇੱਦਾਂ ਗੱਲ ਹੋ ਗਈ ਆ ਵੀ ਪਹਿਲਾਂ ਦੇਖੋ ਜਦੋਂ ਚਾਹਲ ਜੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ ਆ ਦੇਸ਼ ਦੇ ਜੀ, ਉਸ ਟਾਈਮ ਆਉਂਦਿਆਂ ਨੇ ਉਹਨਾਂ ਨੇ 15 ਲੱਖ ਰੁਪਈਆ ਜਿਹੜਾ ਆ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਪਾ ਦਿੱਤਾ ਜੀ। ਫਿਰ ਦੇਖੋ 2 ਕਰੋੜ ਨੌਕਰੀਆਂ ਜਿਹੜੀਆਂ ਉਹ ਲੋਕਾਂ ਨੂੰ ਦੇ ਦਿੱਤੀਆਂ ਤਾਂ ਲੋਕ ਮਾਲਾ ਮਾਲ ਹੋਏ ਫਿਰਦੇ ਆ ਜੀ। ਫਿਰ ਨਾਲ ਹੀ ਜਿਹੜੀ ਸੀ 100 ਸਮਾਰਟ ਸਿਟੀਆਂ ਬਣੀਆਂ, ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕਿਉਂ ਲੋਕ ਰਹਿ ਕਿਉਂ ਨਹੀਂ ਰਹੇ ਹੈਗੇ, ਪਰ ਉਹਨਾਂ ਨੇ ਸਮਾਰਟ ਸਿਟੀਆਂ ਜਿਹੜੀਆਂ ਬਣਾਤੀਆਂ।
ਜੀ। ਤੇ ਫਿਰ ਬੁਲੇਟ ਟ੍ਰੇਨਾਂ ਦੇਖ ਲਓ ਵੀ ਦੌੜ ਰਹੀਆਂ ਆ ਭਾਰਤ ਦੀਆਂ ਪਟੜੀਆਂ ਦੇ ਉੱਤੇ, ਪਰ ਲੋਕ ਉਹਦੇ ਵਿੱਚ ਸਫ਼ਰ ਨਹੀਂ ਕਰ ਰਹੇ, ਇਹ ਵੀ ਇੱਕ ਕਾਰਨ ਆ ਜੀ। ਸੋ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਸਾਨੂੰ ਸੁਣਦਿਆਂ ਨੂੰ ਚਾਹਲ ਜੀ 70 ਸਾਲ ਹੋ ਗਏ ਆ, ਗਲੀਆਂ ਨਾਲੀਆਂ ਸਾਡੀਆਂ ਨਹੀਂ ਬਣੀਆਂ ਹਜੇ ਤੱਕ, ਅਸੀਂ ਉਹੀ 5 ਸਾਲਾਂ ਬਾਅਦ ਫੇਰ ਉੱਥੇ ਚਲੇ ਜਾਂਦੇ ਆ, ਉਹੀ ਲੁਟੇਰੇ ਸਾਡਿਆਂ ਬੂਹਿਆਂ ਤੇ ਆ ਕੇ ਫੇਰ ਖੜੇ ਹੋ ਜਾਂਦੇ ਆ। ਇਹੋ ਜਿਹੇ ਸਾਡੇ ਹਾਲਾਤ ਆ ਜਿਹੜੇ ਬਣਾ ਦਿੱਤੇ ਆ। ਫਿਰ ਤੁਸੀਂ ਪੰਜਾਬ ਵਿੱਚ ਦੇਖ ਲਓ ਵੀ ਆਟਾ ਦਾਲ ਸਕੀਮ ਆ ਜਿਹੜੀ ਉਹ ਮੁਫਤ ਆ ਜੀ। ਸੋ ਅਸੀਂ ਲਾਈਨਾਂ ਦੇ ਵਿੱਚ ਲੱਗੇ ਹੋਏ ਆ। ਲਾਈਨਾਂ ਦੇ ਵਿੱਚ ਜਦੋਂ 2017 ਦੇ ਵਿੱਚ ਚਾਹਲ ਜੀ ਕਾਂਗਰਸ ਪਾਰਟੀ ਆਈ ਆ, ਇਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਅਸੀਂ ਆਟਾ ਦਾਲ ਸਕੀਮ ਇਸੇ ਤਰ੍ਹਾਂ ਚਾਲੂ ਰੱਖਾਂਗੇ ਜੀ, ਨਾਲ ਅਸੀਂ ਚਾਹ ਪੱਤੀ ਵੀ ਦਿਆ ਕਰਾਂਗੇ ਜੀ, ਤੇ ਦੁੱਧ ਵੀ ਦਿਆ ਕਰਾਂਗੇ ਜੀ। ਜਣੀ 2 ਕਿਲੋ ਦੇਸੀ ਘੀ ਵੀ ਦਿਆ ਕਰਾਂਗੇ ਜੀ। ਜਣੀ ਇੱਥੋਂ ਤੱਕ ਦੀਆਂ ਪੇਸ਼ਕਸ਼ਾਂ ਜਿਹੜੀਆਂ ਆ ਉਹ ਸਾਡੇ ਪੰਜਾਬੀਆਂ ਨੂੰ ਹੋਈਆਂ। ਸੋ ਸਾਨੂੰ ਪਹਿਲਾਂ ਹੀ ਇੰਨਾ ਕੁਝ ਫ੍ਰੀ ਦੇ ਵਿੱਚ ਮਿਲ ਰਿਹਾ ਆ। ਜਣੀ ਇੱਕ ਚਾਹਲ ਜੀ ਕਾਂਗਰਸ ਦਾ ਗਿੱਦੜਬਾਹੇ ਤੋਂ MLA ਆ, ਉਹਨੂੰ ਰਾਜਾ ਵੜਿੰਗ ਕਹਿੰਦੇ ਆ, ਤੁਹਾਨੂੰ ਜੇ ਯਾਦ ਹੋਊਗਾ ਉਹਨੇ ਤਾਂ ਸਟੇਜ ਦੇ ਉੱਤੇ ਇਹ ਵੀ ਕਿਹਾ ਸੀਗਾ ਵੀ ਅਸੀਂ ਜਦੋਂ ਲੋਕਾਂ ਦੇ ਵਿਆਹ ਸ਼ਾਦੀਆਂ ਹੋਇਆ ਕਰਨਗੇ ਨਾ, ਅਸੀਂ ਹੁਣ ਗੱਡੀਆਂ ਲੈ ਕੇ ਰੱਖਾਂਗੇ ਨੋਵਾ ਨਵੀਆਂ, ਜਣੀ ਕਿ ਡੋਲੀ ਦੇ ਵਿੱਚ ਡੋਲੀ ਲਈ ਬਰਾਤ ਲਈ ਅਸੀਂ ਆਪਣੀਆਂ ਗੱਡੀਆਂ ਵੀ ਭੇਜਿਆ ਕਰਾਂਗੇ, ਤਾਂ ਲੋਕਾਂ ਨੂੰ ਵਿਆਹ ਲਈ ਵੀ ਕੋਈ ਦਿੱਕਤ ਨਹੀਂ ਆਊਗੀ, ਗੱਡੀਆਂ ਤੁਹਾਨੂੰ ਕਿਰਾਏ ਤੇ ਕਰਨੀਆਂ ਨਹੀਂ ਪੈਣਗੀਆਂ। ਜਣੀ ਇਹੋ ਜਿਹੇ ਪੰਜਾਬ ਦੇ ਹਾਲਾਤ ਬਣਾਤੇ ਆ, ਪੂਰੇ ਭਾਰਤ ਦੇ ਹਾਲਾਤ ਬਣਾਤੇ ਆ। ਸੋ ਇਹੋ ਜਿਹੜੀ ਮੰਦਭਾਗੀਆਂ ਘਟਨਾ ਆ ਇਹ ਸਾਡੇ ਮੁਲਕ ਦੇ ਵਿੱਚ ਹੀ ਵਾਪਰ ਰਹੀਆਂ। ਸਾਨੂੰ ਕਿੱਦਾਂ ਇਹਨਾਂ ਨੇ ਕਿਰਤ ਘਾਣੇ ਜੇ ਬਣਾਤਾ, ਲਾਈਨਾਂ ਦੇ ਵਿੱਚ ਅਸੀਂ ਖੜੇ ਆ। ਅਸੀਂ ਫੇਰ ਕੀ ਕਰਨਾ ਜਦੋਂ ਇਲੈਕਸ਼ਨਾਂ ਆ ਜਾਣੀਆਂ, ਕਿਸੇ ਨੇ ਕੋਈ ਸ਼ਰਾਬ ਦੀ ਬੋਤਲ ਲੈ ਲੈਣੀ ਆ ਕਿਉਂਕਿ ਉਹਦੇ ਲਈ ਵੀ ਲਾਈਨ ਲੱਗਣੀ ਆ। ਸੋ ਕਿਸੇ ਨੇ ਕੋਈ ਫੀਮ ਖਾਂਦਾ ਫੀਮ ਲੈ ਲਊਗਾ। ਜਣੀ ਇਹੋ ਜਿਹੇ ਹਾਲਾਤ ਬਣਾਤੇ ਆ ਵੀ ਸਾਡੇ ਕੋਲ ਪਹਿਲਾਂ ਹੀ ਪੈਸਾ ਬਹੁਤ ਕਰ ਦਿੱਤਾ, ਨੌਕਰੀਆਂ ਸਾਨੂੰ ਦੇ ਦਿੱਤੀਆਂ, ਪਰ ਅਸੀਂ ਐਂਡ ਦ ਡੇ ਜਣੀ ਕਿ +2 ਕਰਕੇ ਅਸੀਂ ਉਸ ਮੁਲਕ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਤਾਂ ਬਾਹਰ ਜਾਣਾ ਚਾਹੁੰਦੇ ਆ। ਇਹ ਪਤਾ ਨਹੀਂ ਕਿਉਂ, ਕਿਉਂਕਿ ਇਹ ਮੇਰਾ ਵੀ ਕੁਐਸਚਨ ਆ ਜਿਹੜਾ ਇਹ ਸਾਡੀ ਸਰਕਾਰ ਨੂੰ, ਮੌਜੂਦਾ ਨੂੰ, ਕੈਪਟਨ ਸਾਹਿਬ ਨੂੰ ਵੀ ਆ, ਆਮ ਆਦਮੀ ਪਾਰਟੀ ਨੂੰ ਵੀ ਆ, ਚਾਹੇ ਉਹ BSP ਆ ਚਾਹੇ ਉਹਨਾਂ ਨੂੰ ਵੀ ਆ, ਤੇ ਦੂਸਰੀ ਜਿਹੜੀ ਆ ਆਮ ਆਦਮੀ ਹੋ ਗਈ, ਕਾਂਗਰਸ ਹੋ ਗਈ, ਕੈਪਟਨ ਹੋਣੀ ਹੋ ਗਏ, ਤੇ ਅਕਾਲੀ ਦਲ ਨੂੰ ਸਪੈਸ਼ਲੀ ਉਹਨਾਂ ਨੂੰ ਵੀ ਆ, ਕਿਉਂਕਿ ਉਹਨਾਂ ਨੇ ਵੀ 25 ਸਾਲ ਜਿਹੜਾ ਰਾਜ ਆ ਉਹ ਪੰਜਾਬ ਦੇ ਉੱਤੇ ਕੀਤਾ। ਵੀ ਜਣੀ ਮੈਂ ਚਾਹੂੰਗਾ ਕਿ ਮੈਨੂੰ ਵੀ ਇਹੋ ਜਿਹਾ ਕੋਈ ਜਵਾਬ ਜਾਂ ਕੋਈ ਸਰੋਤੇ ਆ ਜਿਹੜੇ ਉਹ ਜ਼ਰੂਰ ਦੇਣ ਵੀ ਸਾਨੂੰ ਜੇ ਇੰਨਾ ਕੁਝ ਮਿਲ ਗਿਆ ਤਾਂ ਅਸੀਂ ਫੇਰ ਵੀ ਕਿਉਂ ਅਸੀਂ ਮੰਗਤੇ ਬਣੇ ਹੋਏ ਹਾਂ। ਪਰ ਸਵਾਲ ਇਹ ਆ ਕੁਲਵੰਤ ਜੀ, ਜਦੋਂ ਪਤਾ ਸਾਨੂੰ ਸਾਰਿਆਂ ਨੂੰ ਵੀ ਇਹ ਸਾਨੂੰ ਮੂਰਖ ਬਣਾ ਰਹੇ ਨੇ, ਚਾਹ ਪੱਤੀ ਦੇਣ ਦੀ ਗੱਲ ਹੈ, ਦੁੱਧ ਦੇਣ ਦੀ ਗੱਲ ਹੈ, ਚਿਰਸ ਤਾਂ ਇਹ ਵੀ ਤਾਂ ਹੋ ਨਹੀਂ ਸਕਦੀ 1 ਦਿਨ ਹੋ ਜਾਊ, 2 ਦਿਨ ਹੋ ਜਾਊ, 3 ਦਿਨ ਹੋ ਜਾਊ, ਫਿਰ ਸਾਡੇ ਲੋਕ ਇੰਨੇ ਮੂਰਖ ਕਿਉਂ ਬਣ ਰਹੇ? ਸਾਡੇ ਲੋਕ, ਮੈਂ ਕਿਸੇ ਕਮਿਊਨਿਟੀ 'ਚੋਂ ਨਹੀਂ ਕਹਿ ਰਿਹਾ, ਮੈਂ ਸਾਰਿਆਂ ਦੀ ਗੱਲ ਕਰ ਰਿਹਾ ਜੋ ਵੋਟ ਪਾ ਰਹੇ ਭਾਰਤ ਦੇ ਲੋਕ, ਉਹ ਸਾਰੇ ਮੂਰਖ ਕਿਉਂ ਬਣਦੇ ਨੇ? ਨਹੀਂ ਚਾਹਲ ਜੀ ਦੇਖੋ, ਮੂਰਖ ਬਣਨ ਦੀ ਗੱਲ ਜੇ ਆਪਾਂ ਗੱਲ ਕਰੀਏ, ਆਪਾਂ ਨੂੰ ਵੀ ਜਦੋਂ ਅਸੀਂ ਭਾਰਤ ਨੂੰ ਛੱਡਿਆ ਜਾਂ ਪੰਜਾਬ ਨੂੰ ਛੱਡਿਆ ਤਾਂ ਸਾਨੂੰ ਇੱਥੇ ਆ ਕੇ ਇਹਨਾਂ ਕੰਟਰੀਆਂ ਦੇ ਵਿੱਚ ਪਤਾ ਲੱਗਿਆ ਵੀ ਸਾਡੇ ਮੁਲਕ ਦੇ ਵਿੱਚ ਕੀ ਆ, ਜਾਂ ਇਹਨਾਂ ਕੰਟਰੀਆਂ 'ਚ ਯੂਰਪ ਦੇ ਵਿੱਚ, ਇੰਗਲੈਂਡ, ਅਮਰੀਕਾ, ਕੈਨੇਡਾ ਦੇ ਵਿੱਚ ਕੀ ਆ, ਸਾਨੂੰ ਕਿਹੜੀਆਂ ਫੈਸਿਲਿਟੀਆਂ ਜਾਂ ਕਿਹੜੇ ਸਾਡੇ ਰਾਈਟਸ ਆ ਉਹ ਸਾਨੂੰ ਮਿਲਦੇ ਆ ਤੇ ਮਿਲਣੇ ਚਾਹੀਦੇ ਆ। ਜਿਹੜੀ ਉੱਥੋਂ ਦੀ ਆਪਾਂ ਗੱਲ ਕਰੀਏ, ਉੱਥੇ ਕਾਰਨ ਇਹ ਨੇ ਜਿਹੜੇ ਆਪਾਂ ਕਲੀਅਰਲੀ ਕਰੀਏ ਵੀ ਜਣੀ ਸਾਡੇ ਕੋਲ ਰਾਈਟ ਐਜੂਕੇਸ਼ਨ ਨਹੀਂ ਹੈਗੀ ਚਾਹਲ ਜੀ, ਰਾਈਟ। ਸੋ ਸਾਨੂੰ ਜਿਹੜੀ ਬੇਸਿਕ ਨੌਲੇਜ ਆ, ਸਾਨੂੰ ਰਹਿਣ ਸਹਿਣ ਦੀ, ਸਮਾਜ ਦੇ ਪ੍ਰਤੀ ਕਿੱਦਾਂ ਅਸੀਂ ਵਿਚਰਨਾ ਆ, ਕਿੱਦਾਂ ਅਸੀਂ ਰਹਿਣਾ ਆ, ਕਿੱਦਾਂ ਅਸੀਂ ਇੱਕ ਦੂਸਰੇ ਦੇ ਪ੍ਰਤੀ ਅਸੀਂ ਵਫਾਦਾਰ ਹੋਣਾ ਆ, ਕਿੱਦਾਂ ਅਸੀਂ ਇੱਕ ਦੂਜੇ ਦੀ ਹੈਲਪ ਕਰਨੀ ਆ ਜਾਂ ਹੈਲਪਫੁਲ ਹੋਣਾ ਆ, ਸਾਡਾ ਨੇਬਰ ਕਿਹੋ ਜਿਹਾ ਹੋਣਾ ਚਾਹੀਦਾ, ਸਾਡਾ ਪਿੰਡ ਕਿਹੋ ਜਿਹਾ ਹੋਣਾ ਚਾਹੀਦਾ, ਸਾਡਾ ਸ਼ਹਿਰ, ਸਾਡੀ ਡਿਸਟ੍ਰਿਕਟ, ਸਾਡਾ ਪੰਜਾਬ, ਸਾਡਾ ਸੂਬਾ। ਸੋ ਜਦੋਂ ਤੱਕ ਚਾਹਲ ਜੀ ਇਹੋ ਜਿਹੀ ਸਾਡੇ ਕੋਲ ਨੌਲੇਜ ਹੀ ਹੈ ਨਹੀਂ ਕਿ ਅਸੀਂ ਦੇਖੋ ਪਾਣੀ ਖਤਮ ਕਰ ਲਿਆ, ਵਾਤਾਵਰਨ ਅਸੀਂ ਖਤਮ ਕਰ ਲਿਆ, ਚਾਹੇ ਅਸੀਂ ਝੋਨੇ ਦੇ ਕਾਰਨ ਹੋਵੇ, ਚਾਹੇ ਅਸੀਂ ਫੈਕਟਰੀਆਂ ਦੇ ਕਾਰਨ ਹੋਵੇ, ਚਾਹੇ ਕਿੱਦਾਂ ਜਿਹੜਾ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਆ ਉਹ ਸਾਡੇ ਦਰਿਆਵਾਂ ਦੇ ਵਿੱਚ ਪੈਂਦਾ। ਅਸੀਂ ਕੁਛ ਛੱਡਿਆ ਹੈ ਨਹੀਂ, ਜੀਵ ਜੰਤੂ, ਪਸ਼ੂ ਪੰਛੀ ਜਿਹੜੇ ਆ, ਪੰਛੀਆਂ ਨੂੰ ਅਸੀਂ ਮਾਰ ਲਿਆ। ਸੋ ਚਿੜੀਆਂ ਸਾਡੇ ਦੇਖੋ ਬਿਲਕੁਲ ਨਹੀਂ ਰਹੀਆਂ, ਇੱਲਾਂ ਨਹੀਂ ਰਹੀਆਂ, ਜਾਂ ਹੋਰ ਵੀ ਜਿਹੜੇ ਹੈਗੇ ਆ ਪੰਛੀ ਉਹ ਨਹੀਂ ਰਹੇ ਹੈਗੇ, ਉਹ ਸਰੋਤਿਆਂ ਨੂੰ ਵੀ ਪਤਾ ਹੋਣਾ। ਜਣੀ ਅਸੀਂ ਇਹਨਾਂ ਚੀਜ਼ਾਂ ਤੋਂ ਅਵੇਅਰ ਹੀ ਹੈ ਨਹੀਂ ਗੇ ਚਾਹਲ ਜੀ, ਤਾਂ ਸਾਨੂੰ ਜਿਹੜਾ ਫਸਲਾਉਣਾ, ਸਾਨੂੰ ਮੂਰਖ ਬਣਾਉਣਾ ਇਹਨਾਂ ਲੋਕਾਂ ਲਈ ਬਹੁਤ ਆਸਾਨ ਆ। ਫਿਰ ਜਦੋਂ ਅਸੀਂ ਪੈਦਾ ਹੁੰਦੇ ਆ, ਸਾਨੂੰ ਬਚਪਨ ਤੋਂ ਹੀ ਜਦੋਂ ਅਸੀਂ ਸਾਈਕਲ ਨੂੰ ਪੈਂਚਰ ਲਾਉਣ ਵੀ ਜਾਂਦੇ ਸੀ ਤਾਂ ਸਾਨੂੰ ਘਰ 'ਚ ਇਹ ਸਿਖਾਇਆ ਜਾਂਦਾ ਸੀ ਵੀ ਖਿਆਲ ਰੱਖਿਓ
ਉਹ ਕਈ ਵਾਰੀ ਉਹਨਾਂ ਦੇ ਹੱਥ ਸੂਈ ਹੁੰਦੀ, ਤੁਹਾਡਾ ਸਾਈਕਲ ਪੈਂਚਰ ਹੁੰਦਾ ਨਹੀਂ ਪਰ ਉਹਨਾਂ ਕੋਲ ਸੂਈ ਹੁੰਦੀ, ਉਹ ਜ਼ਿਆਦਾ ਪੈਂਚਰ ਕਰ ਲੈਂਦੇ ਆ। ਮਤਲਬ ਨਿੱਕਿਆਂ ਹੁੰਦਿਆਂ ਤੋਂ ਤੁਹਾਡੇ ਘਰ 'ਚ ਇਹ ਟ੍ਰੇਨਿੰਗ ਆ ਵੀ ਦੇਸ਼ ਦੇ ਵਿੱਚ ਇੱਕ ਪੈਂਚਰ ਵਾਲਾ ਵੀ ਤੁਹਾਡੇ ਨਾਲ ਹੇਰਾਫੇਰੀ ਕਰ ਸਕਦਾ। ਜਦੋਂ ਅਸੀਂ ਕਿਸੇ ਨੂੰ ਐਪਲ ਲੈਣ ਭੇਜਦੇ ਹਾਂ ਸ਼ੌਪ ਤੋਂ ਜਾਂ ਕੋਈ ਹੋਰ ਚੀਜ਼ ਲਈ ਭੇਜਦੇ, ਅਸੀਂ ਸਮਝ ਜਾਂਦੇ ਹਾਂ ਵੀ ਇਹਨੇ 2 ਰੁਪਏ ਦਾ ਆਪਣਾ ਹੇਰਾਫੇਰੀ ਕਰ ਜਾਣੀ ਹੈ। ਮਤਲਬ ਸ਼ੁਰੂ ਤੋਂ ਨਿੱਕਿਆਂ ਹੁੰਦਿਆਂ ਤੋਂ ਸਾਡਾ ਜਿਹੜਾ ਮਨ ਕਮਲ ਜੀ ਬਣਾ ਦਿੱਤਾ ਆ ਵੀ ਤੁਸੀਂ ਉਸ ਦੇਸ਼ 'ਚ ਅਸੀਂ ਪੈਦਾ ਹੋ ਰਹੇ ਜਿੱਥੇ ਕਰਪਟ ਆ, ਹਰ ਆਦਮੀ ਕਰਪਟ ਹੋਇਆ। ਅਸੀਂ ਕੋਈ ਗੱਲ ਵੀ ਕਰਦੇ ਸਾਨੂੰ ਇਹ ਲੱਗਦਾ ਵੀ ਇਹਨੂੰ ਸਾਨੂੰ ਠੱਗਣਾ ਆ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਕਲਚਰ ਆ ਇਹ ਜੋ ਸਾਨੂੰ ਸਿਖਾਲਿਆ ਜਾਂਦਾ, ਜਿਹੜਾ ਸਾਡਾ ਸੱਭਿਆਚਾਰਕ ਕਲਚਰ, ਮੈਂ ਉਸ ਦੀ ਗੱਲ ਨਹੀਂ ਕਰਦਾ, ਜੋ ਸਾਡਾ ਆਮ ਜਨ ਜੀਵਨ ਸਾਡਾ ਕਲਚਰ ਜਿਹੜਾ ਸਾਨੂੰ ਸਿਖਾਲਦਾ। ਮੇਰੇ ਤੋਂ ਜਿਹੜੀ ਮੇਰੇ ਘਰਦਿਆਂ ਨੇ ਦੱਸਿਆ, ਘਰਦਿਆਂ ਤੋਂ ਬਾਅਦ ਦੋਸਤਾਂ 'ਚ ਪਿੱਛੇ ਦੋਸਤਾਂ ਤੋਂ ਗਾਂ ਪਤਾ ਲੱਗਿਆ ਵੀ ਹਲਵਾਈ ਵੀ ਤੁਹਾਨੂੰ ਐਂ ਕਰ ਸਕਦਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹੀ ਕਰਕੇ ਅਸੀਂ ਸਾਰੇ ਕਰਪਟ ਨਹੀਂ ਹੈ। ਇਹ ਚਾਹਲ ਜੀ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਕਲਚਰ ਦੀ ਗੱਲ ਕਰਦੇ ਹਾਂ, ਦੇਖੋ ਕਲਚਰ ਪੈਦਾ ਕਿੱਥੋਂ ਹੁੰਦਾ, ਕਲਚਰ ਨਿਕਲਦਾ ਕਿੱਥੋਂ ਆ। ਕਲਚਰ ਸਾਡਾ ਹੈ ਕੀ ਆ, ਰਾਈਟ? ਕਲਚਰ ਸਾਡੀਆਂ ਜ਼ਰੂਰਤਾਂ ਤੋਂ ਬਣਦਾ ਕਿ ਉਹ ਜਿਹੋ ਜਿਹੀਆਂ ਸਾਡੀਆਂ ਜ਼ਰੂਰਤਾਂ ਆ। ਜੇ ਹੁਣ ਤੁਸੀਂ ਗੱਲ ਕੀਤੀ ਆ ਕਿ ਅਸੀਂ ਸ਼ੌਪ ਨੂੰ ਜਾਂਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਕਿ ਇਹਦਾ ਪਤਾ ਹੈ ਕਿ 1-2 ਰੁਪਏ ਦੇ ਵਿੱਚ ਜਾਂ 10 ਰੁਪਏ ਦੇ, ਚਲੋ ਉਸ ਟਾਈਮ ਦੀ ਆਪਾਂ 30 ਸਾਲ ਪੁਰਾਣੀ ਗੱਲ ਕਰੀਏ ਜਾਂ 25 ਸਾਲ ਹੈ ਨਾ, ਕਿ ਇਹਨੇ ਕੁੰਡੀ ਲਾਉਣੀ ਆ। ਸੋ ਜਣੀ ਉਸ ਟਾਈਮ ਵੀ ਆ, ਹੁਣ ਵੀ ਆ ਹੋਊਗਾ ਇਹ। ਜਣੀ ਕਿ ਇਹ ਵੀ ਕਿਹਾ ਜਾਂਦਾ ਸੀ ਦੁਕਾਨਦਾਰ ਤੋਂ ਸੌਦਾ ਲੈ ਕੇ ਵੀ ਤੁਹਾਨੂੰ ਵੀ ਯਾਦ ਹੋਊਗਾ ਵੀ ਸਾਨੂੰ ਹੁਣ ਸੌਦਾ ਦੇਣ ਤੋਂ ਬਾਅਦ ਰੂੰਗਾ ਦੇ ਜੀ। ਉਹ ਵੀ ਤਾਂ ਇੱਕ ਕਰਪਟੀ ਆ, ਕਰਪਸ਼ਨ ਹੀ ਆ ਨਾ ਜਣੀ, ਉਹ ਵੀ ਇੱਕ ਰਿਸ਼ਵਤ ਹੋ ਗਈ ਨਾ ਵੀ ਮੈਂ ਸੌਦਾ ਲੈਣ ਆਇਆ ਤੇਰੇ ਕੋਲ ਜਾਂ ਆਈ ਆ ਵੀ ਹੁਣ ਵੀ ਰੂੰਗਾ ਵੀ ਚਾਹੀਦਾ ਕਿਉਂਕਿ 100 ਦਾ ਜਾਂ 50 ਦਾ ਜਾਂ 20 ਦਾ ਅਸੀਂ ਸੌਦਾ ਲੈ ਲਿਆ, ਹੁਣ ਮੈਨੂੰ ਕੁਛ ਨਾ ਕੁਛ ਉਹਦੇ ਪੱਲੇ ਉਹਦੇ ਮਤਲਬ ਦੇ ਹੈ ਨਾ। ਸੋ ਇਹ ਜਿਹੜੇ ਹਾਲਾਤ ਆ ਦੇਖੋ ਸਾਨੂੰ ਬਚਪਨ ਦੇ ਵਿੱਚੋਂ ਇਹ ਸਾਡੇ ਨਾਲ ਚੱਲਦੇ ਆਉਂਦੇ ਆ, ਰਾਈਟ? ਹੁਣ ਤਾਂ ਜਿਹੜੀ ਕਰਪਟ ਸਿਸਟਮ ਨੇ, ਇਹ ਕਰਪਸ਼ਨ ਹੈ ਜਿਹੜੀ, ਇਹ ਤਾਂ ਲੀਗਲਾਈਜ਼ ਹੀ ਹੋ ਗਈ ਆ ਭਾਰਤ ਦੇ ਵਿੱਚ। ਜਣੀ ਅੱਗੇ ਆਪਾਂ 10-15 ਸਾਲ ਪਿੱਛੇ ਗੱਲ ਕਰ ਲਈਏ ਚਾਹਲ ਜੀ, ਆਪਾਂ ਇਹ ਸਮਝਦੇ ਹੁੰਦੇ ਸੀਗੇ ਵੀ ਜਿਹੜੀ ਰਿਸ਼ਵਤ ਆ ਉਹ ਟੇਬਲ ਦੇ ਥੱਲੇੋਂ ਦੀ ਦਿੱਤੀ ਜਾਂਦੀ ਆ ਤੇ ਲਈ ਜਾਂਦੀ ਆ ਨਾ ਜੀ। ਪਰ ਹੁਣ ਤਾਂ ਇਦਾਂ ਹੈ ਨਹੀਂਗਾ ਜੀ। ਹੁਣ ਤਾਂ ਉਹ ਸਿੱਧੇ ਇਹ ਗੱਲ ਕਹਿੰਦੇ ਆ ਵੀ ਜਣੀ ਇੱਕ ਪੀਐਨ ਤੋਂ ਲੈ ਕੇ ਐਮਐਲਏ ਤੱਕ, ਉਹ ਮਿਨਿਸਟਰਾਂ ਤੱਕ, ਜਣੀ ਮੁੱਖ ਮੰਤਰੀ ਤੱਕ, ਤਹਿਸੀਲਦਾਰਾਂ ਤੱਕ, ਉਹ ਜਿਹੜੀ ਰਿਸ਼ਵਤ ਆ ਪਟਵਾਰੀਆਂ ਤੋਂ ਲੈ ਕੇ ਜਾਣੀ ਪੁਲਿਸ ਤੋਂ ਲੈ ਕੇ ਹਰ ਇੱਕ ਮਹਿਕਮੇ ਦੇ ਵਿੱਚ ਮੁੱਖ ਮੰਤਰੀ ਤੱਕ, ਪ੍ਰਧਾਨ ਮੰਤਰੀ ਤੱਕ ਜਿਹੜੀ ਆ ਉਹ ਰਿਸ਼ਵਤ ਜਾਂਦੀ ਆ। ਜਦ ਕਿ ਇਹਦਾ ਖੰਡਨ ਅਸੀਂ ਤਾਂ ਨਹੀਂ ਕਰਦੇ ਹੈਗੇ ਕਿ ਇਹ ਸੱਚ ਆ ਜਾਂ ਝੂਠ ਹੈ, ਕਿਉਂਕਿ ਇਹਦੇ ਪ੍ਰਮਾਣ ਆਪਣੇ ਕੋਲ ਨਹੀਂ ਹੈਗੇ। ਪਰ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਔਰ ਬਣਾਤੇ, ਜਿੱਦਾਂ ਵੀਡੀਓ ਵਾਇਰਲ ਆਉਂਦੀਆਂ ਆ ਉਹਦੇ ਵਿੱਚ ਇੱਕ ਦੂਜੇ ਨਾਲ ਗੱਲ ਕਰਦੇ ਆ, ਚਾਹੇ ਉਹ ਪੁਲਿਸ ਅਫਸਰ ਹੁੰਦੇ ਆ ਜਾਂ ਹੋਰ ਕਿਸੇ ਡਿਪਾਰਟਮੈਂਟ ਦੇ ਹੁੰਦੇ ਆ। ਦੇਖੋ ਕਿੰਨੀਆਂ ਉਹ ਲੀਕ ਆਊਟ ਹੁੰਦੀਆਂ ਆ ਜਿਨ੍ਹਾਂ ਦੇ ਵਿੱਚ ਇਹ ਸਾਰਾ ਕੁਝ ਸਾਹਮਣੇ ਆਉਂਦਾ ਜੀ। ਜੇ ਦੂਰ ਦੀ ਗੱਲ ਕਰੀਏ, ਬਹੁਤ ਦੇਰ ਤੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਸ ਵੇਲੇ ਜਦੋਂ ਕੇਸ ਆਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਕੋਲੋਂ, ਜਦੋਂ ਸੋਲਵ ਹੋ ਜਾਂਦਾ ਸੀ ਤਾਂ ਉਹਨੂੰ ਸ਼ੁਕਰਾਨਾ ਦੇਣਾ ਪੈਂਦਾ ਸੀ ਵੀ ਤੁਸੀਂ ਮੇਰਾ ਕੇਸ ਸੋਲਵ ਕੀਤਾ। ਉਹਨੂੰ ਮਿਲਦਾ ਸੀ, ਉਹਨੂੰ ਦੇਣਾ ਪੈਂਦਾ ਸ਼ੁਕਰਾਨਾ। ਤਾਂ ਜਿਹੜਾ ਜਿਹਦੇ ਤੇ ਜਿਹਨੂੰ ਸਜ਼ਾ ਹੁੰਦੀ ਸੀ ਉਸ ਕੇਸ ਦੇ ਵਿੱਚ, ਉਹਨੂੰ ਲੱਗਦਾ ਸੀ ਜੁਰਮਾਨਾ। ਜਾਣੀ ਦੋਨਾਂ ਕੇਸਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੈਸੇ ਲੈਂਦਾ ਸੀ। ਮੈਂ ਸਮਝਦਾ ਵੀ ਸ਼ਾਇਦ ਇਹ ਕਰਪਸ਼ਨ ਉਸ ਵੇਲੇ ਤੋਂ ਵੀ ਸ਼ੁਰੂ ਮੰਨੀ ਜਾ ਸਕਦੀ ਹੈ। ਦੇਖੋ ਕਰਪਸ਼ਨ ਹੈ ਜਿਹੜੀ ਚਾਹਲ ਜੀ, ਉਹ ਥੋੜ੍ਹੀ ਬਹੁਤੀ ਜੇ ਆਪਾਂ ਗੱਲ ਕਰੀਏ, ਚਾਹੇ ਇਹਨਾਂ ਕੰਟਰੀਆਂ ਦੀ, ਯੂਰਪ ਦੀ ਲਾ ਲਈਏ ਜਾਂ ਇਹਨਾਂ ਕੰਟਰੀਆਂ ਦੀ ਵੀ ਲਾ ਲਈਏ, ਇਹਨਾਂ ਕੰਟਰੀਆਂ ਦੇ ਵੱਡੇ ਪੱਧਰ 'ਤੇ ਇਹਨਾਂ ਦੇ ਵਿੱਚ ਵੀ ਹੈ ਜੀ। ਪਰ ਸਾਡੀ ਕੰਟਰੀ ਦੇ ਵਿੱਚ ਹੈ ਜਿਹੜੀ, ਉਹ ਤਾਂ ਸ਼ਰੇਆਮ ਆ ਨਾ, ਉਹ ਤਾਂ ਆਮੋ ਸਾਹਮਣੇ ਆ ਵੀ ਜਾਣੀ ਕਿ ਇੱਕ ਬੰਦੇ ਦੇ ਮੂਹਰੇ ਜਾਂ ਇੱਕ ਆਫੀਸਰ ਦੇ ਮੂਹਰੇ ਜੇ ਕੋਈ ਗਰੀਬ ਆ ਜਾਂ ਕੋਈ ਉਹ ਪਿੰਡ ਤੋਂ ਚੱਲ ਕੇ ਜਾਂਦਾ ਹੈ ਜਦੋਂ ਸ਼ਹਿਰ ਦੇ ਵਿੱਚ, ਤਹਿਸੀਲ ਦੇ ਵਿੱਚ ਕੰਮ ਕਰਾਉਣ ਲਈ, ਚਾਹੇ ਉਹ ਜ਼ਮੀਨ ਦੇ ਨਾਲ ਮਸਲਾ ਆ ਜਾਂ ਕੋਈ ਹੋਰ ਵੀ ਮਸਲਾ ਆ, ਤਾਂ ਉੱਥੇ ਉਹਨਾਂ ਦੀ ਜਿਹੜੀ ਲੁੱਟ ਖਸੁੱਟ ਆ ਉਹ ਤਾਂ ਸ਼ਰੇਆਮ ਕੀਤੀ ਜਾਂਦੀ ਆ ਨਾ ਜੀ। ਜਿਹੜੀ ਉਹਨੂੰ ਲੀਗਲਾਈਜ਼ ਹੀ ਕਰ ਲਿਆ ਵੀ ਜਾਣੀ ਇੰਨੇ ਪੈਸੇ ਤੈਨੂੰ ਦੇਣੇ ਹੀ ਪੈਣੇ ਆ ਤਾਂ ਹੀ ਇਹ ਤੇਰਾ ਕੰਮ ਹੋਣਾ ਆ, ਅਦਰਵਾਈਜ਼ ਤੇਰਾ ਜਿਹੜਾ ਕੰਮ ਆ ਉਹ ਨਹੀਂ ਹੋਣਾ ਹੈਗਾ। ਸੋ ਇਸੇ ਤਰ੍ਹਾਂ ਫਾਈਲਾਂ ਜਿਹੜੀਆਂ ਆ ਉਹ ਚਾਹਲ ਜੀ ਦੇਖ ਲਓ ਰੁਲਦੀਆਂ ਰਹਿੰਦੀਆਂ ਆ। ਤੁਸੀਂ ਉਹਨਾਂ ਕੋਲ ਫਾਈਲਾਂ ਛੱਡ ਕੇ ਆ ਜਾਓ। ਜੇ ਆਪਾਂ ਤਹਿਸੀਲਦਾਰ ਦੀ ਗੱਲ ਕਰੀਏ, ਜੇ ਆਪਾਂ ਰਜਿਸਟਰੀ ਕਰਾਉਣੀ ਆ ਜਾਂ ਕੋਈ ਹੋਰ ਆ, ਕੋਈ ਮਸਲਾ ਉਹਦੇ ਨਾਲ ਰਿਲੇਟਡ ਆ ਨਾ, ਦੇਖੋ ਉਹ ਜਦੋਂ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਜਾਓਗੇ ਤਾਂ ਪਹਿਲਾਂ ਹੀ ਉਹ ਬਾਹਰ 2 ਖੜੇ ਹੋਣਗੇ ਤਾਂ ਉਹ ਕਹਿਣਗੇ ਜੀ ਤਹਿਸੀਲਦਾਰ ਇੱਥੇ ਹੈ ਨਹੀਂਗੇ ਜੀ। ਸੋ ਇਹਦਾ ਮਤਲਬ ਕੀ ਆ ਵੀ ਤਹਿਸੀਲਦਾਰ ਹੈ ਕਿਉਂ ਨਹੀਂ, ਜਦ ਆਫਿਸ ਉਹਨਾਂ ਦਾ ਤਾਂ ਫਿਰ ਉਹ ਕਿੱਥੇ ਆ, ਹੈ ਨਾ? ਸੋ ਜਾਣੀ ਜੇਕਰ ਤੁਸੀਂ, ਉਹ ਕੀ ਕਹਿਣਗੇ ਵੀ ਤਹਿਸੀਲਦਾਰ ਨੇ ਜੀ 4 ਵਜੇ ਆਉਣਾ ਜਾਂ 5 ਵਜੇ ਆਉਣਾ, ਤੁਸੀਂ ਦੱਸੋ ਸਾਨੂੰ ਤਾਂ ਅਸੀਂ ਤੁਹਾਡਾ ਜਿਹੜਾ ਕੰਮ ਕਰਾ ਦਿਆਂਗੇ, ਤੁਸੀਂ ਫਾਈਲ ਸਾਨੂੰ ਦੇ ਜਾਓ ਤੇ ਆਹ ਉਹਨਾਂ ਦੀ ਫੀਸ ਆ, ਫੀਸ ਦੇ ਜਾਓ
ਤੇ ਨਾਲ ਹੀ ਤੁਹਾਡਾ ਕੰਮ ਹੋਇਆ ਹੋਊਗਾ ਤਾਂ ਕੱਲ੍ਹ ਨੂੰ ਆ ਕੇ ਸਵੇਰ ਨੂੰ 9 ਵਜੇ 10 ਵਜੇ ਤੁਸੀਂ ਫਾਈਲ ਲੈ ਜਾਓ। ਸੋ ਜਦੋਂ ਉਹ ਉਹਨਾਂ ਦੇ ਪਿਆਦੇ ਬਾਹਰ ਖੜੇ ਕੀਤੇ ਹੋ ਆ, ਉਹ ਤਹਿਸੀਲਦਾਰ ਤਾਂ ਭਾਵੇਂ ਅੰਦਰ ਹੀ ਬੈਠਾ ਹੋਵੇ ਆਫਿਸ ਦੇ ਵਿੱਚ, ਜਦੋਂ ਉਹਨਾਂ ਨੇ ਦੱਸਿਆ ਹੋਇਆ ਆ ਵੀ ਤੁਸੀਂ ਭਾਈ ਫਾਈਲਾਂ ਇੱਦਾਂ ਫੜਨੀਆਂ, ਇੱਦਾਂ ਲੈਣੀਆਂ, ਇੱਦਾਂ ਅਸੀਂ ਸਾਈਨ ਕਰਨੇ ਆ, ਸੋ ਉਹਨਾਂ ਨੂੰ ਕੋਈ ਪੁੱਛਣ ਦੱਸਣ ਵਾਲਾ ਹੈ ਨਹੀਂ, ਕਿਉਂਕਿ ਸਾਰੇ ਪੋਲੀਟੀਸ਼ੀਅਨ ਜਿੰਨੇ ਹੈਗੇ ਆ, ਇਹਨਾਂ ਮਿਲੀ ਭੁਗਤ ਇਹਨਾਂ ਦਾ ਸਾਰਾ ਹੀ ਹੋ ਰਿਹਾ। ਚਾਲ ਜੀ, ਮੈਂ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਤੋਂ ਕਰਦਾ ਕਿ ਜੇ ਸ਼ੁਕਰਾਨਾ ਤੇ ਜੁਰਮਾਨਾ ਸ਼ੁਰੂ ਹੋਇਆ ਤੇ ਅੱਜ ਵੀ ਬੀਜੇਪੀ ਦੀ ਸਰਕਾਰ ਵਿੱਚ ਜਿਹੜਾ ਪੈਟਰੋਲ ਪੰਪ ਆ, ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਟਰੋਲ ਆ, ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਕਸ, ਜਾਣੀ 200 ਤੋਂ ਵੀ ਉੱਪਰ ਟੈਕਸ ਜਿਹੜਾ ਆ, 200% ਤੋਂ ਵੀ ਉੱਪਰ ਟੈਕਸ ਜਿਹੜਾ ਆ ਇੰਡੀਆ ਦੇ ਵਿੱਚ ਲੱਗ ਰਿਹਾ ਤੇਲ ਤੇ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਉਸ ਰਾਜਿਆਂ ਵਾਂਗੂ, ਮਹਾਰਾਜਾ ਰਣਜੀਤ ਸਿੰਘ ਵਾਂਗੂ ਜਾਂ ਹੁਣ ਦੇ ਸਰਕਾਰਾਂ ਵਾਂਗੂ, ਇਹ ਵੀ ਇੱਕ ਲੁੱਟ ਖਸੁੱਟ ਨਹੀਂ ਹੈ, ਇੱਕ ਯੋਜਨਾਬੰਦ ਤਰੀਕੇ ਨਾਲ। ਦੇਖੋ ਚਾਹਲ ਜੀ, ਪੈਟਰੋਲ ਦੇ ਜਿੱਦਾਂ ਤੁਸੀਂ ਗੱਲ ਕਰਦੇ ਆ ਜਾਂ ਡੀਜ਼ਲ ਦੀਆਂ ਗੱਲਾਂ ਕਰਦੇ ਆ ਜੀ, ਡੀਜ਼ਲ ਤੇ ਪੈਟਰੋਲ ਦੀਆਂ ਭਾਅ ਆ ਜਿਹੜੇ ਉਹ ਭਾਰਤ ਦੇ ਵਿੱਚ ਆ, ਉਹ 100 ਰੁਪਈਏ ਦਾ ਨੋਟ ਆ ਜਿਹੜਾ ਉਹਨੂੰ ਪਾਰ ਕਰ ਗਏ ਆ ਜੀ। ਅੱਜ ਇਹੋ ਜਿਹੇ ਪ੍ਰਾਈਵੇਟ ਕੰਪਨੀਆਂ ਨੇ, ਅੰਬਾਨੀਆਂ ਅਡਾਨੀਆਂ ਨੇ ਦੇਸ਼ ਦੀ ਹਾਲਾਤ ਬਣਾਤੇ ਆ ਵੀ 100 ਰੁਪਈਏ ਤੋਂ ਉੱਪਰ ਡੀਜ਼ਲ ਪੈਟਰੋਲ ਹੋ ਗਿਆ, ਜਣੀ ਤੁਸੀਂ ਪੈਟਰੋਲ ਹੋ ਗਿਆ ਤੇ ਡੀਜ਼ਲ ਆ ਜਿਹੜਾ ਆ ਉਹ ਵੀ ਉਹਦੀ ਪੈੜ ਦੱਬਦਾ ਪਿੱਛੇ ਆ ਰਿਹਾ ਜੀ। ਚਾਲ ਜੀ, ਜੀ ਹੁਣ ਤੁਸੀਂ ਇਹ ਦੇਖੋ ਵੀ ਇਹ ਜਿਹੜੀਆਂ ਕੰਪਨੀਆਂ ਆ, ਇਹਨਾਂ ਤੇ ਕੋਈ ਲਗਾਮ ਨਹੀਂ ਹੈਗੀ। ਗੌਰਮੈਂਟ ਨੇ ਇਹਨਾਂ ਨੂੰ ਖੁੱਲ੍ਹਾ ਦਿੱਤਾ ਹੋਇਆ ਵੀ ਤੁਸੀਂ ਜਿੰਨੇ ਮਰਜ਼ੀ ਟੈਕਸ ਲਾਓ, ਜੋ ਮਰਜ਼ੀ ਕਰੋ, ਜਿੱਦਾਂ ਮਰਜ਼ੀ ਵੇਚੋ, ਜੋ ਮਰਜ਼ੀ ਕਰੋ, ਜਿਹਨੂੰ ਮਰਜ਼ੀ ਲਾਇਸੈਂਸ ਦਿਓ। ਤੁਸੀਂ ਪਿਛਲੇ ਦਹਾਕਿਆਂ ਦੇ ਵਿੱਚ ਦੇਖਿਆ ਹੋਣਾ ਚਾਹਲ ਜੀ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਪੈਟਰੋਲ ਪੰਪ ਆ ਜਿਹੜੇ ਥਾਂ ਤੇ ਖੁੱਲ੍ਹੇ ਆ ਜੀ। ਕਿੱਦਾਂ ਉਹਨਾਂ ਨੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਵੀ ਤੁਸੀਂ ਸਾਡੇ ਤੋਂ ਇੰਨਾ ਪੈਟਰੋਲ ਲਓ ਤੇ ਅਸੀਂ ਤੁਹਾਨੂੰ ਪੈਟਰੋਲ ਪੰਪ ਤੁਸੀਂ ਖੋਲ੍ਹ ਸਕਦੇ ਹਾਂ ਜੀ। ਸੋ ਇੱਦਾਂ ਲੋਕਾਂ ਨੇ ਸੜਕਾਂ ਦੇ ਨਾਲ ਲੱਗਦੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹਨਾਂ ਨੂੰ ਪੈਟਰੋਲ ਪੰਪ ਉੱਥੇ ਲਾਏ ਤਾਂ ਦੇਖੋ ਕੀ ਹਾਲਾਤ ਹੋਏ। ਹੁਣ ਟੈਕਸ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਚਾਹਲ ਜੀ, ਟੈਕਸ ਦੀ ਹੁਣ ਜਿਹੜੀ ਨਵੀਂ ਆ CARE ਦੀ ਰਿਪੋਰਟ ਆਈ ਆ, ਉਹ ਦੇਖੋ ਵੀ ਚਾਹੇ ਉਹ ਜਰਮਨੀ ਲਾ ਲਵੇ, ਜਰਮਨੀ ਦੇ ਵਿੱਚ 65% ਜਿਹੜਾ ਉਹ ਟੈਕਸ ਵਸੂਲਿਆ ਜਾਂਦਾ ਜੀ। ਇਟਲੀ ਦੇ ਵਿੱਚ ਵੀ 65 ਆ, UK ਵਰਗੀ ਕੰਟਰੀ ਦੇ ਵਿੱਚ 60 ਆ। ਚਾਹੇ USA ਦੀ ਆਪਾਂ ਗੱਲ ਕਰੀਏ, USA ਦੇ ਵਿੱਚ ਕਾਫੀ ਸਸਤਾ ਆ, ਉੱਥੇ ਸਿਰਫ 20% ਜਿਹੜਾ ਟੈਕਸ ਆ ਉਹ ਲੱਗਦਾ ਆ ਪੈਟਰੋਲ ਡੀਜ਼ਲ ਤੇ, ਹੈ ਨਾ ਜੀ। ਪਰ ਇੱਕ ਭਾਰਤ ਇੱਕ ਇਹੋ ਜਿਹੀ ਕੰਟਰੀ ਆ ਚਾਹਲ ਜੀ ਵੀ ਜਿੱਥੇ ਟੈਕਸ ਆ ਜਿਹੜਾ ਇੰਨਾ ਜ਼ਿਆਦਾ ਕਿ 260% ਲੱਗ ਰਿਹਾ ਜੀ। ਜਾਣੀ ਕਿ ਦੂਸਰੇ ਸੂਬਿਆਂ ਨਾਲ, ਦੂਸਰੇ ਮੁਲਕਾਂ ਦੇ ਨਾਲੋਂ ਉਹ ਦੇਖੋ ਹਾਲਾਤ ਕਿਹੋ ਜਿਹੇ ਬਣਾਤੇ ਆ, 260%। ਹੁਣ ਕਈਆਂ ਰਾਜਾਂ ਦੇ ਵਿੱਚ ਲੇਟੈਸਟ ਜਿਹੜੀ ਨਿਊਜ਼ ਆ ਉਹ ਇਹ ਆ ਵੀ ਕਈਆਂ ਰਾਜਾਂ ਦੇ ਵਿੱਚ ਲੋਕ ਇੰਨੇ ਅੱਕੇ ਪਏ ਆ, ਇੰਨੇ ਦੁਖੀ ਹੋਏ ਪਏ ਆ ਵੀ ਉਹਨਾਂ ਨੇ ਪੈਟਰੋਲ ਪੰਪ ਭੰਨਣੇ ਸ਼ੁਰੂ ਕਰ ਦਿੱਤੇ ਆ ਜੀ। ਕਿਉਂਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਜਦੋਂ ਬਣਿਆ ਆ ਤਾਂ ਉਹ ਇਹ ਗੱਲ ਕਹਿੰਦਾ ਸੀ ਕਿ ਤੁਸੀਂ ਜਿਹੜੀ ਹਵਾਈ ਚੱਪਲ ਲੋਕ ਪਹਿਨਦੇ ਆ, ਵੀ ਮਤਲਬ ਜਿਹੜੇ ਗਰੀਬ ਲੋਕ ਹਵਾਈ ਚੱਪਲ ਪਹਿਨਦੇ ਆ ਉਹ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਿਆ ਕਰਨਗੇ ਜੀ। ਜਾਣੀ ਦੇਸ਼ ਦੇ ਹਾਲਾਤ ਇਹੋ ਜਿਹੇ ਚਾਹਲ ਜੀ ਬਣਾਤੇ ਆ ਵੀ ਹਵਾਈ ਜਹਾਜ਼ ਦੀ ਤਾਂ ਗੱਲ ਕੀ, ਲੋਕਾਂ ਤੋਂ ਮੋਟਰਸਾਈਕਲਾਂ 'ਚ ਆਪਣੇ ਤੇਲ ਨਹੀਂ ਪੈਂਦਾ ਜੀ। ਜਾਣੀ ਕਿ ਉਹਦੇ ਤੇ ਵੀ ਉਹ ਜੇ 3 ਸਵਾਰੀਆਂ ਬਿਠਾ ਕੇ ਜਾਂ 4 ਬਿਠਾ ਕੇ ਕਿਤੇ ਲਿਜਾਣਾ ਹੋਵੇ ਜਾਂ ਵਾਂਢੇ ਜਾਣਾ ਹੋਵੇ ਤਾਂ ਜਾ ਨਹੀਂ ਸਕਦੇ। ਜਾਣੀ ਕਿ ਉਹ ਵੀ ਹਾਲਾਤ ਇਦਾਂ ਦੇ ਬਣਾਤੇ, ਮੋਟਰਸਾਈਕਲ 'ਚ ਵੀ ਤੇਲ ਨਹੀਂ ਪੈਂਦਾ। ਜਾਣੀ ਇਹੋ ਜਿਹੇ ਹਾਲਾਤ ਬਣਾਤੇ ਲੋਕ ਅੱਜ ਸਾਰਾ ਹੀ ਤਬਕਾ ਜਿਹੜਾ ਆ, ਚਾਹੇ ਉਹ ਕਿਸੇ ਚੀਜ਼ ਦੇ ਨਾਲ ਵੀ ਰਿਲੇਟਡ ਆ, ਚਾਹੇ ਉਹ ਖੇਤੀ ਦੇ ਨਾਲ ਆ, ਚਾਹੇ ਉਹ ਕਿਸੇ ਛੋਟੇ ਵੱਡੇ ਸਨਅਤਕਾਰ ਆ, ਚਾਹੇ ਉਹ ਦੁਕਾਨ ਦੇ ਨਾਲ ਰਿਲੇਟਡ ਆ, ਚਾਹੇ ਉਹ ਕੱਪੜੇ ਦੇ ਨਾਲ ਆ, ਜਿਹੜੀ ਹਾਲਾਤ ਇਹੋ ਜਿਹੇ ਬਣਾਤੇ ਆ ਵੀ ਤੁਸੀਂ ਸੜਕਾਂ ਤੇ ਆ ਜਾਓ, ਹੁਣ ਹੋਰ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੈ। ਬਿਲਕੁਲ ਠੀਕ ਹੈ। ਰਾਜੇ ਮਹਾਰਾਜੇ ਨੇਤਾ ਲੀਡਰ ਜੋ ਅੱਜ ਕੱਲ੍ਹ ਕਰ ਰਹੇ ਨੇ, ਉਵੇਂ ਹੀ ਹੋਰ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਗੋਲਡਨ ਹੱਟ ਜਿਸ ਦੇ ਮਾਲਕ ਨੇ ਹੋਟਲ ਦੇ ਵਿੱਚ ਕਿਸਾਨਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਸੀ, ਲੇਕਿਨ ਸਰਕਾਰ ਨੇ ਉਹਨੂੰ ਵੀ ਆਪਣੇ ਪੰਜੇ 'ਚ ਲੈ ਲਿਆ। ਇਹ ਕਰਪਸ਼ਨ ਦਾ ਸਭ ਤੋਂ ਜੀਂਦਾ ਜਾਗਦਾ ਇੱਕ ਦ੍ਰਿਸ਼ ਹੈਗਾ ਕਿ ਸਾਰਿਆਂ ਦੇ ਸਾਹਮਣੇ ਇਹ ਹੋ ਰਿਹਾ। ਕੁਛ ਵੀ ਇਹੋ ਜਿਹਾ ਨਹੀਂ ਕੀਤਾ, ਲੇਕਿਨ ਫਿਰ ਵੀ ਜਿਹੜਾ ਰਾਮ ਸਿੰਘ ਆ ਉਸ ਨੂੰ ਹਰਾਸ ਕੀਤਾ ਜਾ ਰਿਹਾ। ਕੀ ਖਬਰਾਂ ਨੇ ਤੁਹਾਡੇ ਕੋਲ? ਚਾਹ ਜੀ, ਹੁਣ ਆਪਾਂ ਰੀਸੈਂਟਲੀ ਆਪਾਂ ਦੇਖਿਆ ਹੈ ਕਿ ਥੋੜ੍ਹੇ ਜਿਹੇ ਦਿਨਾਂ ਤੋਂ ਜਿਹੜਾ ਗੋਲਡਨ ਹੱਟ ਦਾ ਮਾਲਕ ਆ, ਰਾਮ ਸਿੰਘ ਰਾਣਾ ਸ਼ਾਇਦ ਉਹਦਾ ਨਾਂ ਹੋਵੇ, ਉਹਨੂੰ ਤੰਗ ਪਰੇਸ਼ਾਨ ਕੀਤਾ ਗਿਆ ਆ ਸਿਸਟਮ ਵੱਲੋਂ ਜਾਂ NIA ਵੱਲੋਂ ਵੀ ਜਿਹੜੀ ਹਾਈਵੇ ਅਥਾਰਟੀ ਆ ਇੰਡੀਆ ਦੀ, ਭਾਰਤ ਦੀ, ਉਹਨੇ ਕਿੱਦਾਂ ਉਹਦੇ ਜਿਹੜੇ ਹੋਟਲ ਦੇ ਮੂਹਰੇ, ਰੈਸਟੋਰੈਂਟ ਦੇ ਮੂਹਰੇ ਪੱਥਰ ਲਾਤੇ ਤਾਂ ਉਹਦਾ ਜਿਹੜਾ ਆ
ਕੱਟ ਆ ਉਹ ਬੰਦ ਕਰ ਦਿੱਤਾ ਗਿਆ ਜੀ। ਤੇ ਜਿਹਦੇ ਤੋਂ ਲੋਕ ਪਰੇਸ਼ਾਨ ਹੋ ਕੇ ਜਾਂ ਉਹ ਰਾਣਾ ਜਿਹੜਾ ਸੀਗਾ ਉਹਨੇ ਪਰੇਸ਼ਾਨ ਹੋ ਕੇ ਤਾਂ ਕਿਸਾਨਾਂ ਨੂੰ ਕੋਲ ਦਿੱਤੀ। ਤਾਂ ਕਿਸਾਨ ਜਿਹੜੀਆਂ ਜਥੇਬੰਦੀਆਂ ਫਿਰ ਉਹਨਾਂ ਨੇ ਆ ਕੇ ਜਿੱਦਾਂ ਕਿ ਆਪਣੇ ਭਾਰਤੀ ਕਿਸਾਨ ਯੂਨੀਅਨ ਹੋ ਗਈ, ਸੰਯੁਕਤ ਮੋਰਚਾ ਹੋ ਗਿਆ ਜਾਂ ਹੋਰ ਵੀ ਜਿਹੜੀਆਂ ਸੀਗੀਆਂ, ਉਹਨਾਂ ਨੇ ਆ ਕੇ ਤਾਂ ਉਹ ਸੁੱਧ-ਬੁੱਧ ਲਈ, ਤਾਂ ਉਹਦੀ ਸਾਰ ਲਈ, ਤਾਂ ਆ ਕੇ ਤਾਂ ਉਹਦੇ ਜਿਹੜੇ ਉਹ ਕੱਟ-ਕੁੱਟ ਜਿਹੜੇ ਸੀਗੇ ਉਹਨਾਂ ਨੇ ਪੱਥਰ ਲਾਏ ਤਾਂ ਖਲਵਾਏ। ਚਾਹਲ ਜੀ ਇਹਦੇ ਵਿੱਚ ਜਿਹੜੀ ਗੱਲ ਤੁਸੀਂ ਰਾਣੇ ਦੀ ਕਰ ਰਹੇ ਆ, ਇਹ ਹੋਟਲ ਦੀ ਕਰ ਰਹੇ ਆ ਜਾਂ ਇਹਨਾਂ ਹੋਟਲਾਂ ਦੀ ਕਰ ਰਹੇ ਆ, ਇਹਦੇ ਵਿੱਚ ਬੜਾ ਵੱਡਾ ਛੜਯੰਤਰ ਆ ਜਿਹੜਾ ਆ ਉਹ ਬੀਜੇਪੀ ਨੇ ਕਰੋਨਾ ਕਾਲ ਦੇ ਵਿੱਚ ਉਸ ਤੋਂ ਪਹਿਲਾਂ ਜਿਹੜਾ ਰਚਿਆ ਜੀ। ਇਹ NIA ਨੇ ਜਿੱਦਾਂ ਕਾਨੂੰਨ ਬਣਾਇਆ ਚਾਹਲ ਜੀ 26 ਜੂਨ 2020 ਨੂੰ ਜੀ, ਉਹ ਕਾਨੂੰਨ ਇਹ ਬਣਾਇਆ ਵੀ ਜਿੰਨੇ ਹੀ ਇੰਡੀਆ ਦੇ ਪੂਰੇ ਦੇ ਹਾਈਵੇ ਆ ਜੀ, ਉਹਨਾਂ ਦੇ ਨਾਲ ਲੱਗਦੇ ਜਿਹੜੇ ਵੀ, ਚਾਹੇ ਉਹ ਪੈਟਰੋਲ ਪੰਪ ਆ, ਚਾਹੇ ਉਹ ਕਿਸੇ ਦੇ ਉਹ ਕੋਈ ਕਾਰੋਬਾਰ ਆ, ਚਾਹੇ ਉਹ ਇੱਦਾਂ ਢਾਬੇ ਆ, ਰੈਸਟੋਰੈਂਟ ਆ, ਹੋਟਲ ਆ ਜਾਂ ਹੋਰ ਵੀ ਕੋਈ ਅਦਾਰੇ ਆ ਜੀ, ਦੇਖੋ ਉਹਨਾਂ ਨੂੰ ਕੱਟ ਲੈਣ ਲਈ ਮਨਜ਼ੂਰੀ ਜਿਹੜੀ ਆ NIA ਵੱਲੋਂ ਲੈਣੀ ਪਊਗੀ ਜੀ, ਜਿਹੜੀ ਇੰਡੀਅਨ ਨੈਸ਼ਨਲ ਅਥਾਰਟੀ ਆ ਨਾ ਜੀ, ਜਿਹੜੀ ਹਾਈਵੇ ਦੀ, ਸੋ ਉਹਦੇ ਤੋਂ ਅਥਾਰਟੀ ਤੋਂ ਜਾਣੀ ਕਿ ਪਰਮਿਸ਼ਨ ਲੈਣੀ ਪਊਗੀ। ਹੁਣ ਤੁਸੀਂ ਇਸ ਹੱਦ ਤੱਕ ਦੇਖੋ ਵੀ ਜਾਣੀ ਕਿ ਉਹਦੀ ਜਿਹੜੀ ਕਾਸਟ ਆ ਤਕਰੀਬਨ 20-25 ਲੱਖ ਰੁਪਈਆ ਤੱਕ ਦੀ ਹੈਗੀ ਆ ਵੀ ਉਹ ਕੱਟ ਦੀ ਜੇ ਪਰਮਿਸ਼ਨ ਲੈਣੀ ਆ ਜੀ। ਜਣੀ ਇਹ ਹਾਲਾਤ ਬਣਾਤੇ ਆ, ਜਣੀ 20-25 ਲੱਖ ਜਿਹੜਾ ਕੋਈ ਵਿਚਾਰਾ ਮਜ਼ਦੂਰ ਜਾਂ ਕੋਈ ਹੋਰ ਥੋੜ੍ਹਾ ਬਹੁਤਾ ਸੁਰਖਰੂ ਬੰਦਾ ਜਿਹੜੇ ਨੇ ਕੋਈ ਢਾਬਾ ਆਪਣੇ ਜ਼ਮੀਨ ਦੇ ਲੱਗਦੀ ਸੀ ਨਾਲ, ਤਾਂ ਉਹਨੇ ਢਾਬਾ ਖੋਲ੍ਹ ਲਿਆ ਜੀ, ਜਿੱਥੇ ਕਿ ਟਰੱਕ ਰੁਕਦੇ ਆ ਜਾਂ ਗੱਡੀਆਂ ਰੁਕਦੀਆਂ ਆ। ਅੱਜ ਉਹਨਾਂ ਨੂੰ ਰੋਟੀ ਪਾਣੀ ਜਿਹੜਾ ਆ ਬਹੁਤ ਵਧੀਆ ਸਸਤੇ ਰੇਟ ਦੇ ਉੱਤੇ ਮਿਲ ਜਾਂਦਾ। ਚਾਹਲ ਜੀ ਜੇਕਰ ਇਹ 20-25 ਲੱਖ ਰੁਪਈਆ ਜਿਹੜਾ ਆ ਇਹ ਉਹਦੀ ਪਰਮਿਸ਼ਨ ਲੈਣ ਲਈ ਲੱਗੂਗਾ, ਤੁਸੀਂ ਆਪ ਹੀ ਸੋਚ ਕੇ ਦੇਖੋ ਵੀ ਕਿੰਨੇ ਜਿਹੜੇ ਢਾਬੇ ਆ ਜਾਂ ਰੈਸਟੋਰੈਂਟ ਆ ਉਹ ਜਿਹੜੇ ਆ ਬੰਦ ਹੋ ਜਾਣਗੇ ਹਾਈਵੇਆਂ ਤੋਂ ਜੀ। ਕਿਉਂਕਿ ਜਦੋਂ ਪਰਮਿਸ਼ਨ ਲੈਣ ਲਈ ਐਪਲੀਕੇਸ਼ਨ ਦਿੱਤੀ ਜਾਊਗੀ ਤਾਂ ਤੁਹਾਨੂੰ ਵੀ ਪਤਾ ਫਿਰ ਇੱਕ ਬਾਬੂ ਉਹ ਟਾਈ ਲਾਈ ਹੋਊਗੀ ਤਾਂ ਉਹ ਆਊਗਾ ਪਹਿਲਾਂ ਸਰਵੇ ਕਰਨ ਜੀ, ਫਿਰ ਉਹ ਜਦੋਂ ਪੁੱਛੂਗਾ ਵੀ ਹਾਂਜੀ ਕਿੱਥੇ ਲੈਣਾ, ਕਿਉਂ ਲੈਣਾ, ਕੀ ਕਰਨਾ ਆ, ਕੀ ਨਹੀਂ ਹੈਗਾ। ਜਿੱਦਾਂ ਸਾਡੀ ਆਪਾਂ ਕਰਪਸ਼ਨ ਦੀ ਤਾਂ ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਭਾਰਤ ਦੇ ਵਿੱਚ ਕਿੰਨੇ ਕੁ ਵੱਡੇ ਪੱਧਰ ਤੇ ਆ ਜੀ। ਸੋ ਜਣੀ ਇਹ ਲੱਖਾਂ ਕਰੋੜਾਂ ਜਿਹੜੇ ਆ ਰੁਜ਼ਗਾਰ ਆ ਚਾਹਲ ਜੀ ਉਹਨਾਂ ਢਾਬਿਆਂ ਤੇ ਜਿਹੜੇ ਮੁੰਡੇ ਆ ਜਾਂ ਉਹ ਜਿਹੜੇ EMPLOYEE ਆ ਕੰਮ ਕਰਦੇ ਆ, ਉਹਨਾਂ ਦਾ ਰੁਜ਼ਗਾਰ ਆ ਜਿਹੜਾ ਖਤਰੇ ਦੇ ਵਿੱਚ ਪੈ ਚੁੱਕਿਆ ਆ ਜੀ। ਜਣੀ ਇੱਕ ਜਿਹੜਾ ਟਰੱਕ ਵਾਲਾ ਆ, ਤੁਸੀਂ ਇਹ ਵੀ ਦੇਖੋ ਵੀ ਜਣੀ ਕਿ ਚਾਹ ਦੀ ਜਿਹੜਾ ਕੱਪ ਆ ਉਹ 10 ਰੁਪਏ ਦੇ ਵਿੱਚ ਲੈ ਕੇ ਜੇ ਪੀਊਗਾ, 20 ਰੁਪਏ ਦਾ ਪਰੌਂਠਾ ਜਾਂ ਉਹ 10 ਰੁਪਏ ਦਾ ਜਾਂ 5 ਰੁਪਏ ਦੀ ਰੋਟੀ ਆ ਜਿਹੜੀ ਉਹ ਲੈ ਕੇ ਖਾ ਸਕਦਾ। ਜਿਨ੍ਹਾਂ ਦੀਆਂ ਤਨਖਾਹਾਂ ਤੁਸੀਂ ਦੇਖ ਲਓ ਵੀ ਟਰੱਕ ਡਰਾਈਵਰਾਂ ਦੀਆਂ ਜਾਂ ਟੈਕਸੀ ਵਾਲਿਆਂ ਦੀਆਂ 5-5 7-7 ਹਜ਼ਾਰ ਆ ਜਾਂ 10-10 ਹਜ਼ਾਰ ਆ, ਜਿਨ੍ਹਾਂ ਨੇ ਆਪਣਾ ਪਰਿਵਾਰ ਪਾਲਣਾ ਹੁੰਦਾ ਉਹਦੇ ਵਿੱਚੋਂ। ਤੇ ਜਦੋਂ ਇਹ ਮਲਟੀ ਮਿਲੀਅਨਏਰ ਜਿਹੜੀਆਂ ਕੰਪਨੀਆਂ, ਇਹ ਦੇਖੋ ਇਹ ਢਾਬੇ ਵੀ ਜਿੱਦਾਂ ਖੇਤੀ ਤੇ ਗਾਜ ਗਿਰ ਰਹੀ ਆ, ਇਸੇ ਤਰ੍ਹਾਂ ਇਹਨਾਂ ਢਾਬਿਆਂ ਦੇ ਉੱਤੇ ਗਾਜ ਗਿਰੂਗੀ। ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹ ਚਾਹਲ ਜੀ ਇਹਨਾਂ ਨੂੰ ਆ ਕੇ ਖਰੀਦਣਗੀਆਂ, ਕਿਉਂਕਿ ਚੱਲਣੇ ਨਹੀਂ 25-25 ਲੱਖ ਰੁਪਇਆ ਕਿੱਥੋਂ ਦੇ ਕੇ ਉਹ ਕੱਟ ਲੈਣਗੇ। ਨਹੀਂ ਤਾਂ ਉਹਨਾਂ ਦੇ ਜਿਹੜੇ ਕੱਟ ਆ ਜਿਹੜੇ ਉਹ ਰਸਤੇ ਆ ਜਾਣੀ ਉਹ ਬੰਦ ਕਰ ਦਿੱਤੇ ਜਾਣਗੇ ਜੀ। ਸੋ ਇੱਕ ਤਾਂ ਸਭ ਤੋਂ ਵੱਡੀ ਇੰਪਲੋਇਮੈਂਟ ਹੈ ਜਿਹੜੀ ਹਜ਼ਾਰਾਂ ਲੋਕ ਉਹਨਾਂ ਢਾਬਿਆਂ ਤੇ ਕੰਮ ਕਰਦੇ ਆ ਉਹ ਬੇਰੁਜ਼ਗਾਰ ਹੋ ਜਾਣਗੇ। ਬਿਲਕੁਲ ਰਾਈਟ। ਫਿਰ ਜਿਹੜੇ ਟੈਕਸੀ ਡਰਾਈਵਰ ਆ ਉਹ ਦੇਖੋ ਉਹਨਾਂ ਨੂੰ ਵੀ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਪਊਗਾ। ਤਾਂ ਜਿਹੜੇ ਰੈਸਟੋਰੈਂਟ ਹੋਟਲ ਉੱਥੇ ਖੁੱਲ੍ਹਣਗੇ ਫਿਰ ਕੱਟ ਵਾਲੇ ਜਿਨ੍ਹਾਂ ਨੇ 25-25 ਲੱਖ ਰੁਪਇਆ ਰਿਸ਼ਵਤਾਂ ਦੇ ਕੇ ਗੌਰਮੈਂਟ ਨੂੰ ਕੱਟ ਲੈਣੇ ਆ, ਉਹ ਰਾਹ ਲੈਣੇ ਆ। ਇੱਦਾਂ ਤਾਂ ਹੈ ਨਹੀਂਗਾ ਚਾਹਲ ਜੀ ਵੀ ਉਹਨਾਂ ਨੇ 10 ਰੁਪਏ ਦੇ ਵਿੱਚ ਜਾਂ 20 ਰੁਪਏ ਦੇ ਵਿੱਚ ਤਾਂ ਦਹੀਂ ਦੇ ਨਾਲ ਪਰੌਂਠਾ ਖਵਾ ਦੇਣਾ। ਬਿਲਕੁਲ। ਸੋ ਉਹਨਾਂ ਦੇ ਹਾਲਾਤ ਕਿਹੋ ਜਿਹੇ ਬਣਨਗੇ ਤੁਸੀਂ ਆਪ ਭਲੀ ਭਾਂਤੀ ਇਹ ਜਾਣਦੇ ਆ। ਇਹ ਰਾਣੇ ਦੀ ਜਿਹੜੀ ਸਟੋਰੀ ਆ ਉਹ ਇਹੋ ਜਿਹੀ ਸੀ। ਫਿਰ ਜਿਹੜਾ ਆਉਣ ਵਾਲਾ ਸਮਾਂ ਆ ਕੁਲਵੰਤ ਜੀ, ਜਿਹੜੇ ਬਿਜ਼ਨਸਾਂ ਨੂੰ ਇਸ ਤਰੀਕੇ ਨਾਲ ਲਿਆ ਜਾ ਰਿਹਾ, ਕਿਸਾਨਾਂ ਦੇ ਨਾਲ ਹੋ ਰਿਹਾ, ਫਿਰ ਕੀ ਹਾਲਾਤ ਨੇ ਪੰਜਾਬ ਇੰਡੀਆ ਦੇ, ਫਿਰ ਕੀ ਬਣੇਗਾ ਇਸ ਤਰੀਕੇ ਨਾਲ? ਕਿਉਂਕਿ ਲੋਕਾਂ ਦੀ ਹੈਲਪ ਲਈ ਸਰਕਾਰਾਂ ਹੁੰਦੀਆਂ। ਇੱਥੇ ਦੀ ਵੀ ਜਦੋਂ ਕਰੋਨਾ ਵਾਇਰਸ ਆਇਆ ਕਿੰਨੀ ਹੈਲਪ ਕੀਤੀ ਬਹੁਤਿਆਂ ਨੂੰ, ਜਿਹੜੀਆਂ ਛੋਟੀਆਂ ਕੰਪਨੀਆਂ ਨੂੰ ਕਿਸੇ ਨੂੰ 10,000, ਕਿਸੇ ਨੂੰ 20,000, ਕਿਸੇ ਨੂੰ 50,000, ਔਰ ਬੈਂਕਾਂ ਨੇ ਵੀ ਲੋਨ ਦਿੱਤੇ ਤਾਂ ਕਿ ਇਹ ਜਿਹੜੇ ਆ ਕਾਰੋਬਾਰ ਉਹ ਡੁੱਬਣ ਨਾ। ਅਤੇ ਉੱਥੇ ਜਿਹੜੇ ਕਾਰੋਬਾਰ ਆ ਉਹਨੂੰ ਡੁਬਾਉਣ ਦੇ ਲਈ ਸਰਕਾਰਾਂ ਨੀਤੀਆਂ ਘੜ ਰਹੀਆਂ ਨੇ। ਫਿਰ ਇਹ ਕੀ ਸੋਚ ਕੀ ਹੋਈ ਸਾਡੇ ਲੋਕਾਂ ਦੀ? ਸੋਚ ਐਂਡ ਆਫ ਦੀ ਡੇ ਹੈ ਕੀ ਹੈ? ਨਹੀਂ, ਸਾਡੇ ਲੋਕਾਂ ਦੀ ਆਪਾਂ ਗੱਲ ਨਾ ਕਰੀਏ ਚਾਹਲ ਜੀ, ਲੋਕਾਂ ਦੀ ਸੋਚ ਤਾਂ ਦਰੁਸਤ ਆ, ਲੋਕ ਵਿਚਾਰੇ ਫਸੇ ਹੋਏ ਆ। ਲੀਡਰਾਂ ਦੀ ਮਤਲਬ? ਹਾਂ, ਲੀਡਰਾਂ ਦੀ ਜਿਹੜੀ ਆ, ਲੀਡਰਾਂ ਦੀ ਸੋਚ ਇਹ ਆ ਵੀ ਦੇਸ਼ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਉਹ। ਜਿੱਦਾਂ ਆਪਾਂ ਪਹਿਲਾਂ ਗੱਲਾਂ ਕੀਤੀਆਂ ਚਾਹਲ ਜੀ ਵੀ
ਦਾਲ ਫੁਲਕਾ ਰੋਟੀ ਦਾਲ ਜਾਂ ਚੌਲ ਆ ਜਿਹੜੇ ਜਾਂ ਉਹ ਘੇ ਤੱਕ ਚਾਹ ਪੱਤੀ ਤੱਕ ਦੁੱਧ ਤੱਕ ਸਾਨੂੰ ਲਾਈਨਾਂ ਲਵਾ ਕੇ ਦਿੱਤਾ ਜਾਊਗਾ ਤਾਂ ਤੁਸੀਂ ਆਪ ਹੀ ਇਸ ਤੋਂ ਪਤਾ ਆਪੇ ਭਲੀ ਭਾਂਤ ਜਾਣਦੇ ਆ ਵੀ ਇਹ ਹਾਲਾਤ ਕਿੱਧਰ ਨੂੰ ਜਾ ਰਹੇ ਆ। ਜਣੀ ਅਸੀਂ ਉਹਨਾਂ ਦੇ ਲਈ ਸਿਰਫ ਰੋਟੀ ਤੇ ਕੰਮ ਕਰਿਆ ਕਰਾਂਗੇ, ਹਾਲਾਤ ਇਹ ਬਣਦੇ ਜਾ ਰਹੇ ਆ ਭਾਰਤ ਦੇ। ਆਉਣ ਵਾਲੇ 10-15 ਸਾਲ ਦੇਖਿਓ ਤਾਂ ਚਾਹਲ ਜੀ ਉੱਥੇ ਰਹਿਣਾ ਕਿਸੇ ਨੇ ਨਹੀਂ। ਜਿਹੜਾ ਬਿਜ਼ਨਸਮੈਨ ਆ ਉਹ ਉੱਥੋਂ ਭੱਜਣ ਨੂੰ ਤਿਆਰ ਆ, ਉਹ ਆਪਣਾ ਪੈਸਾ ਜਿਹੜਾ ਆ ਹੁਣ ਪਿਛਲੇ ਜਿਹੇ ਦਿਨਾਂ ਦੇ ਵਿੱਚ ਇਹ ਦੱਸਿਆ ਇਹ ਖਬਰਾਂ ਆਈਆਂ ਵੀ ਸਭ ਤੋਂ ਜ਼ਿਆਦਾ ਪੈਸਾ ਜਿਹੜਾ ਆ ਉਹ ਸਵਿਸ ਬੈਂਕਾਂ ਦੇ ਵਿੱਚ ਮੋਦੀ ਦੇ ਰਾਜ ਦੇ ਵਿੱਚ ਜਮ੍ਹਾਂ ਹੋ ਰਿਹਾ। ਸੋ ਇਹਦੇ ਕਾਰਨ ਇਹੀ ਹੋ ਸਕਦੇ ਨੇ। ਹਾਂਜੀ ਜੈ ਗੁਰਦੇਵ ਜਾਪੀ ਜੀ। ਹੈਲੋ ਜੀ। हेलो जी, मोहम्मद मुश्ताक बोल रहा बर्मिंघम तो जी। जनाब तुसी जिक्र कर रहे हो मसलियां दा मसाइल दा बेरोजगारी दा गुरबत वगैरह दा जी, ते इस तरफ भी गौर करो कि इदी जड़ की है। इन मसलियां दी जड़ मैं तुहानू बताता जलसे जुलूस धरने हड़तालां अफरा तफरी बदअमनी दी जड़ भी यही ने जी। तुसी देख लो पाकिस्तान दी हालत देख लो, कश्मीरियां दी देख लो, जलसे जुलूस धरने हड़ताल ही करते कर्जे ले के ते उहदे प्रॉब्लम विच पे माइशत दे लिहाज नाल। बिल्कुल जी, एक लाइन ही आ गब्बे, बाकी सारा कुछ वही हो रहा जो पंजाब च इंडिया च वही पाकिस्तान च। चाहे इंडिया का पंजाब है चाहे पाकिस्तान का पंजाब है, दोनों तरफ एक कोई मसले मसाइल मुश्तरका ही ने, कॉमन ने सारिया दे। जी, मैं YouTube ते कई बार प्रोग्राम देखदा ना पाकिस्तान दे, जिमें साडे ढेर सिट्टे जाते आ, जिमें साडे गाल नालियां आ, जिमें साडे छप्पड़ आ, सेम ही मैं देखदा ना, कोई फर्क ही नहीं। गेट भी उदां दे ने, बाहर थड़ियां भी उदां दियां बणियां, कोई फर्क ही नहीं हैगा। करप्शन का भी कोई फर्क नहीं, सारा कुछ उमें आ जिमें कोई फर्क नहीं। करप्शन भी ताई वधदी जांदी है ना, ताई वधदी जांदी है करप्शन, रिश्वतखोरी वगैरह वधदी जांदी है, कम अमन दे नाल करदे ही नहीं जी। ਹੁਣ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ ਵੀ ਕਲੀਏ ਜਲਾਵਤਨ ਰਿਹਾ, ਹੁਣ ਮੈਨੂੰ ਲੱਗਦਾ ਅਰੈਸਟਡ ਆ। ਉਹਨੂੰ ਵੀ ਸਮਝਾ ਕੇ ਹੁਣ ਥੋੜਾ ਜਿਹਾ ਸਿੱਧਾ ਹੋਇਆ ਹੈ ਜੀ। ਉਹਨੂੰ ਵੀ ਟਵਿੱਟਰ ਤੇ ਵੀ ਹੋਰ ਨਾ ਫੇਸਬੁੱਕ ਤੇ ਵੀ ਚਿੱਠੀਆਂ ਲਿਖ ਕੇ ਉਹਨੂੰ ਵੀ ਸਮਝਾਇਆ। ਮੈਂ ਕਸ਼ਮੀਰੀਆਂ ਨੂੰ ਵੀ ਸਮਝਾ ਰਿਹਾ, ਜਲਸੇ ਜਲੂਸ ਬੰਦ ਕਰੋ, ਧਰਨੇ ਹੜਤਾਲਾਂ ਖਤਮ ਕਰੋ। ਜਿਹੜਾ ਕੀ ਚਾਹੀਦਾ ਤੁਹਾਨੂੰ ਜੀ। ਨਵਾਜ਼ ਸ਼ਰੀਫ ਨੇ ਇੱਕ ਜਗ੍ਹਾ ਕਿਹਾ ਕਿ ਜਿਹੜਾ ਸ਼ਹਿਬਾਗ ਆ, ਅਸੀਂ ਤਾਂ ਬਹੁਤ ਗਰੀਬ ਫੈਮਿਲੀ ਚੋਂ ਆ, ਸਾਡੇ ਕੋਲ ਕੁਛ ਨਹੀਂ ਆ। ਇਹ ਪਹਿਲ ਜਦੋਂ ਇਲੈਕਸ਼ਨਾਂ ਦੀਆਂ ਗੱਲਾਂ ਹੋਈਆਂ ਆ, ਹੁਣ ਥੋੜੀ ਦੇਰ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਬਹੁਤ ਰੱਜੇ ਹੋਏ ਆ, ਸਾਨੂੰ ਕੀ ਲੋੜ ਸੀ ਰਿਸ਼ਵਤ ਲੈਣ ਦੀ। ਸਾਨੂੰ ਨਵਾਜ਼ ਸ਼ਰੀਫ ਦੇ ਦੌਰ ਵਿੱਚ ਮੈਂ ਪਾਕਿਸਤਾਨੀ ਕੌਂਸੂਲੇਟ ਜਾ ਕੇ ਚਿੱਠੀਆਂ ਲਿਖੀਆਂ, 3 ਮਨਸੂਬੇ ਦਿੱਤੇ ਹੋਏ ਨੇ ਮੈਨੇ ਤਾਮੀਰ ਤਰੱਕੀ ਦੇ। ਕੰਮ ਕਰਨ ਤਾਮੀਰ ਤਰੱਕੀ ਕਰ ਲੈ, ਕੰਮ ਕਰ ਸਕਦੇ ਨਾਲ ਆਮਦਨ ਵੀ ਹੁੰਦੀ ਜਾਗੀ, ਤਾਮੀਰ ਤਰੱਕੀ ਵੀ ਹੁੰਦੀ ਜਾਗੀ। ਜੇ ਜਲਸੇ ਜਲੂਸ ਧਰਨੇ ਹੜਤਾਲਾਂ ਹੀ ਕਰਦੇ ਨੇ, ਲੋਕਾਂ ਦੇ ਨਿਕਲਣਾ ਨੇ, ਫਿਰ ਕੱਖ ਨਹੀਂ ਬਣੇਗਾ ਕਿਸੇ ਦਾ ਵੀ। ਤੁਹਾਨੂੰ ਜਿਹੜੀਆਂ ਤੁਸੀਂ ਚਿੱਠੀਆਂ ਲਿਖੀਆਂ ਉਹਦਾ ਕਦੀ ਜਵਾਬ ਆਇਆ ਕੋਈ? ਉਹਨਾਂ ਦਾ ਜਵਾਬ ਆਇਆ, ਰਿਸਪਾਂਸ ਮਿਲਿਆ ਨਾ। ਬਿਜਲੀ ਬਣਾਉਣ ਦੇ ਕਾਰਖਾਨੇ ਲੱਗੇ, ਮੋਟਰਵੇਜ਼ ਬਣੀਆਂ, ਹਸਪਤਾਲ ਬਣੇ, ਮਕਾਨ ਬਣਾਉਣ ਲਈ ਗਰੀਬਾਂ ਲਈ ਹੁਣ ਮਨਸੂਬੇ ਪਹਿਲੇ ਆਸ਼ਨਾ ਸਕੀਮ ਤੇ ਦਾਨਿਸ਼ ਸਕੂਲਾਂ ਵਗੈਰਾ ਦੇ ਉਹ ਸਾਰੇ ਕਾਰਖਾਨਿਆਂ ਦੀਆਂ ਸਾਰੀਆਂ ਮੈਂ ਪੂਰਾ ਰਿਕਾਰਡ ਮੇਰੇ ਕੋਲ ਅਜੇ ਵੀ ਮੌਜੂਦ ਹੈ ਮੇਰੇ ਕੋਲ। ਮੈਂ ਅਜੇ ਵੀ WhatsApp ਦੇ ਜ਼ਰੀਏ ਭੇਜਦਾ ਰਹਿੰਦਾ, ਪਾਕਿਸਤਾਨ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ। ਉਹ ਜਿਹਨੂੰ ਤੁਸੀਂ ਮੰਨਦੇ ਹੋ ਉਦਾਂ ਹੀ ਨਾ ਕਿ ਅਮਨ ਅਮਾਨ ਨਾਲ ਕੰਮ ਕਾਜ ਕਰੋ। ਚਲੋ ਸ਼ੁਕਰ ਹੈ, ਤੁਹਾਡੀ ਗੱਲ ਤਾਂ ਸੁਣੀ ਮੈਂ। ਧਰਤੀ ਤਾਂ ਉੱਥੇ ਹੀ ਪਈ ਹੋਈ ਹੈ ਨਾ, ਧਰਤੀ ਲਈ ਕੀ ਝਗੜ ਰਹੇ ਹੋ? ਧਰਤੀ ਉੱਥੇ ਹੀ ਪਈ ਹੋਈ ਹੈ। ਬਿਲਕੁਲ ਜੀ, ਬਿਲਕੁਲ ਜੀ। ਬਹੁਤ ਮਿਹਰਬਾਨੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। ਥੈਂਕ ਯੂ ਜੀ ਕਾਲ ਕਰਨ ਲਈ ਸਰ ਜੀ। ਹੈਲੋ, ਸੋ ਕੱਟੀ ਗਈ। ਥੈਂਕ ਯੂ, ਬਹੁਤ ਮਿਹਰਬਾਨੀ ਜੀ, ਸ਼ੁਕਰ ਹੈ ਤੁਹਾਡੀ ਗੱਲ ਸੁਣੀ ਗਈ, ਤੁਹਾਡੀ ਗਵਰਨਮੈਂਟ ਨੇ ਤੁਹਾਡੀ ਗੱਲ ਸੁਣੀ। ਮੈਂ 117 ਚਿੱਠੀਆਂ ਇੰਡੀਆ 'ਚ ਰਹਿ ਕੇ ਪਿਛਲੇ ਸਾਲ ਜਦੋਂ ਪਿਛਲੇ ਸਾਲ ਗਿਆ ਸੀ,
117 ਚਿੱਠੀਆਂ 117 MLA ਨੂੰ ਪਾਈਆਂ ਸੀ, ਕਿਸੇ ਨੇ ਇੱਕ ਵੀ ਜਵਾਬ ਨਹੀਂ ਦਿੱਤਾ। ਹਾਲਾਂਕਿ ਤੁਸੀਂ ਇੱਥੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਪਾ ਕੇ ਦੇਖ ਲਓ, ਸਾਨੂੰ ਉਸ ਦਾ ਜਵਾਬ ਆਏਗਾ, ਭਾਵੇਂ ਸੈਕਟਰੀ ਦਿੰਦਾ, ਲੇਕਿਨ ਪ੍ਰਾਈਮ ਮਿਨਿਸਟਰ ਦੇ ਗੌਰ 'ਚ ਲਿਆਂਦੀ ਜਾਂਦੀ ਹੈ ਗੱਲ। ਕੰਟਰੈਕਟ ਫਾਰਮਿੰਗ ਜਿਹੜੀ ਇੰਡੀਆ 'ਚ ਸ਼ੁਰੂ ਕੀਤੀ ਆ ਜਾਂ ਸ਼ੁਰੂ ਹੋ ਰਹੀ, ਦੂਜਿਆਂ ਸੂਬਿਆਂ ਦੇ ਵਿੱਚ ਉਹਦੀ ਲੁੱਟ ਪੂਰੀ ਤਰ੍ਹਾਂ ਜੋ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਉਸੇ ਤਰ੍ਹਾਂ ਸ਼ੁਰੂ ਹੋ ਰਿਹਾ। BJP ਵੀ ਲੁੱਟੀ ਜਾ ਰਹੇ, ਵਿਧਾਇਕ ਜਿਹੜੇ ਉੱਥੋਂ ਦੇ ਉਹ ਵੀ ਲੁੱਟ ਰਹੇ ਹੋ ਜਾ ਰਹੇ ਨੇ। ਕੀ ਖਿਆਲ ਹੈ ਤੁਹਾਡਾ? ਚਾਹਲ ਜੀ, ਜਿਹੜੀ ਤੁਸੀਂ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਆ, ਇਹ ਤਾਂ ਆਪਣੇ ਕਿਸਾਨ ਅੱਜ ਧਰਨਿਆਂ ਦੇ ਉੱਤੇ ਬੈਠੇ ਆ, 6 ਮਹੀਨੇ ਤੋਂ ਜ਼ਿਆਦਾ ਹੋ ਗਏ ਆ, ਆਪਾਂ ਉਹਦੀ ਗੱਲ ਕਰ ਰਹੇ ਆ। ਜਿਹੜੀ MSP ਉਹ ਖਤਮ ਕੀਤੀ ਜਾ ਰਹੀ ਆ ਜਾਂ ਕੰਟਰੈਕਟ ਫਾਰਮਿੰਗ ਆ, ਉਹਦੀ ਗੱਲ ਕਰ ਰਹੇ ਆ। ਕੰਟਰੈਕਟ ਫਾਰਮਿੰਗ ਦੇ ਵਿੱਚ ਦੇਖੋ, ਰੀਸੈਂਟਲੀ ਚਾਹਲ ਜੀ ਕਾਫੀ ਸੂਬਿਆਂ ਦੇ ਵਿੱਚ ਇਹ ਜਿਹੜੀ ਆ ਸ਼ੁਰੂ ਹੋ ਚੁੱਕੀ ਆ। ਪੰਜਾਬ ਤੇ ਹਰਿਆਣੇ ਨੂੰ ਆਪਾਂ ਜੇ ਛੱਡ ਲਈਏ, ਪਰ ਪੰਜਾਬ ਤੇ ਹਰਿਆਣੇ ਦੇ ਵਿੱਚ ਵੀ ਥੋੜ੍ਹੀਆਂ ਜਿਹੀਆਂ ਕੰਪਨੀਆਂ ਨੇ ਕੀਤੀ ਸੀ, ਚਾਹੇ ਉਹ ਆਲੂਆਂ ਦੀ ਹੋਵੇ ਚਿਪਸ ਬਣਾਉਣ ਵਾਲੀ, ਜਾਂ ਹੋਰ ਥੋੜ੍ਹੀ ਬਹੁਤੀਆਂ ਕੰਪਨੀਆਂ, ਜਿਹੜੀਆਂ ਕਿ ਉਹ ਫੇਲ ਹੋ ਚੁੱਕਿਆ ਸਾਰਾ ਕੁਛ, ਰਾਈਟ। ਸੋ ਇਸੇ ਤਰ੍ਹਾਂ ਦੂਸਰੇ ਸੂਬਿਆਂ ਦੇ ਵਿੱਚ ਵੀ ਇਹ ਚਾਹਲ ਜੀ ਸ਼ੁਰੂ ਹੋਇਆ, ਚਾਹੇ ਉਹ ਰਾਜਸਥਾਨ ਹੋਵੇ, ਕਰਨਾਟਕਾ ਹੋਵੇ, UP ਬਿਹਾਰ ਹੋਵੇ, ਇਸੇ ਤਰ੍ਹਾਂ ਦੂਜੇ ਸੂਬਿਆਂ ਦੇ ਵਿੱਚ ਇਹ ਜਿਹੜਾ ਸ਼ੁਰੂ ਹੋਇਆ। ਹੁਣ ਦੇਖੋ, ਇੱਕ MP ਦੇ ਵਿੱਚ ਇੱਕ ਕੰਪਨੀ ਨੇ ਕੰਟਰੈਕਟ ਫਾਰਮਿੰਗ ਕੀਤੀ, ਉੱਥੋਂ ਇਹ ਸਾਰਾ ਮਸਲਾ ਜਿਹੜਾ ਉਹ ਸਾਹਮਣੇ ਆਇਆ। ਉਹਨਾਂ ਨੇ ਕੀ ਕੀਤਾ ਵੀ ਜਾਣੀ ਮੱਛੀ ਪਾਲਣ ਦੇ ਨਾਂ 'ਤੇ ਲੋਕਾਂ ਨੂੰ ਬੁਰਗਲਾਇਆ ਕਿ ਅਸੀਂ ਤੁਹਾਨੂੰ ਜਾਣੀ ਕਿ ਮੱਛੀ ਪਾਲਣ ਲਈ ਪ੍ਰੇਰਿਤ ਕਰਦੇ ਹਾਂ, ਤੁਸੀਂ ਸਾਡੇ ਨਾਲ ਕੰਟਰੈਕਟ ਕਰੋ ਜੀ, ਤੇ ਅਸੀਂ ਤੁਹਾਨੂੰ ਜਿਹੜੀ ਇਹ ਤੁਹਾਡੀ ਕਮਾਈ ਦਾ ਜਿਹੜਾ ਇਜ਼ਾਫਾ ਆ ਉਹ ਹਜ਼ਾਰਾਂ ਕਰੋੜਾਂ ਤੱਕ ਲੈ ਜਾਣਾ ਜੀ। ਜਾਣੀ ਇੱਥੋਂ ਤੱਕ ਚਾਹਲ ਜੀ ਲਾਲਚ ਦਿੱਤਾ ਲੋਕਾਂ ਨੂੰ ਵੀ 1 ਲੱਖ ਤੋਂ 1.25 ਲੱਖ ਤੱਕ ਦਾ ਮਹੀਨੇ ਦਾ ਜਿਹੜਾ ਤੁਸੀਂ ਕਮਾਓਗੇ ਜੀ, ਪਰ ਸਾਡੇ ਨਾਲ ਕੰਟਰੈਕਟ ਕਰਨਾ ਪਊਗਾ। ਕੰਟਰੈਕਟ ਫਾਰਮਿੰਗ ਦੇ ਵਿੱਚ ਕੀ ਸੀਗਾ, ਮੱਛੀ ਫਾਰਮ ਉਹਨਾਂ ਨੇ ਬਣਾਉਣੇ ਸ਼ੁਰੂ ਕੀਤੇ ਤਾਂ ਉਹਨਾਂ ਤੋਂ ਪਹਿਲਾਂ ਪੈਸਾ ਲੁੱਟਿਆ ਗਿਆ ਕਿਸਾਨਾਂ ਤੋਂ ਜੀ। ਜਾਣੀ ਲੁੱਟਿਆ ਇਸ ਤਰ੍ਹਾਂ ਗਿਆ ਵੀ ਤੁਸੀਂ ਪਹਿਲਾਂ ਇਹ ਜਿਹੜੇ ਤਲਾਬ ਬਣਾਉਣੇ ਆ ਜਿਨ੍ਹਾਂ ਦੇ ਵਿੱਚ ਮੱਛੀਆਂ ਨੇ ਰਹਿਣਾ ਆ, ਉਹਦੀ ਫੀਡ ਲਈ ਜਾਂ ਉਹਨਾਂ ਦਾ ਸਾਰਾ ਸਿਸਟਮੈਟਿਕਲੀ ਜਿਹੜਾ ਉਹ ਢਾਂਚਾ ਉਹ ਖੜਾ ਕਰਨਾ ਆ, ਉਹਨੂੰ ਬਣਾਉਣ ਦੇ ਲਈ 1 ਏਕੜ ਦੇ ਵਿੱਚ ਜੇ ਬਣਾਉਣਾ ਆ ਤਾਂ ਉਹਦੇ ਵਿੱਚ 10 ਤੋਂ 12 ਲੱਖ 15 ਲੱਖ ਤੱਕ ਦਾ ਉਹਨਾਂ ਤੋਂ ਕੰਟਰੈਕਟ ਫਾਰਮਿੰਗ ਲਈ ਕੰਪਨੀਆਂ ਨੇ ਪਹਿਲਾਂ ਉਹਨਾਂ ਤੋਂ ਲੈ ਲਏ ਜੀ। ਸੋ ਲੋਕਾਂ ਨੇ ਆਪਣੇ ਗਹਿਣੇ ਗੁਣੇ ਵੇਚ ਕੇ, ਘਰ ਵੀ ਜਿੱਦਾਂ ਸੀਗਾ ਮਾੜਾ ਮੋਟਾ ਗੁਰਮੀ ਰੱਖ ਕੇ, ਕਈਆਂ ਦਾ ਕੋਈ 2 ਏਕੜ ਜ਼ਮੀਨ ਸੀ, 3 ਏਕੜ ਸੀਗੀ, ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਹੁਣ ਇਹ 2 ਏਕੜ ਦੇ ਵਿੱਚੋਂ ਸਾਡਾ ਨਾ ਤਾਂ ਝੋਨਾ ਹੋ ਰਿਹਾ, ਨਾ ਕਣਕ, ਨਾ ਕੋਈ ਹੋਰ ਫਸਲ ਹੈ ਜਿਹੜੀ ਨਾ ਜੇ ਹੋ ਵੀ ਰਹੀ ਤਾਂ ਵਿਕਦੀ ਨਹੀਂ ਜੀ। ਸੋ ਉਹਨਾਂ ਦੇ ਝਾਂਸੇ ਦੇ ਵਿੱਚ ਆ ਗਿਆ ਚਾਹਲ ਜੀ, ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨਾਲ ਕੰਟਰੈਕਟ ਫਾਰਮਿੰਗ ਜਿਹੜੀ ਉਹ ਕਰ ਲਈ ਜੀ, ਤੇ ਉਹਨਾਂ ਨੇ ਉਹਨਾਂ ਦੇ ਜਿਹੜੇ ਪੈਸੇ ਆ ਸਾਰੇ ਖਰਚਾਤੇ ਜੀ। ਸੋ ਫਿਰ ਉਹਨਾਂ ਦਾ ਇਹਦੇ ਵਿੱਚ ਇੱਕ ਜਾਣੀ ਕਿ MP ਦਾ ਇੱਕ BJP ਦਾ MLA ਆ, ਉਹ ਹੈਗਾ ਆ ਸ਼ਮਸਾਬਾਦ ਜਿਹੜਾ ਹੈਗਾ ਉਹ ਕੋਈ ਏਰੀਆ ਆ ਜਿਹੜਾ ਉੱਥੋਂ ਦਾ ਆ BJP ਦਾ, ਤਾਂ ਉਹ ਵੀ ਇਹਦੇ ਵਿੱਚ ਆ ਗਿਆ ਜੀ। ਜਾਣੀ ਉਹਨਾਂ ਦੇ ਜਾਲ ਦੇ ਵਿੱਚ ਫਸ ਗਿਆ। ਦੇਖ ਲਓ ਵੀ ਜਾਣੀ ਕਈ ਵਾਰੀ ਇੱਦਾਂ ਹੋ ਜਾਂਦਾ, ਬੰਦਾ ਫਸਾਉਣ ਲਈ ਦੂਜੇ ਨੂੰ ਟਰਾਈ ਕਰਦਾ ਤਾਂ ਫਸ ਆਪ ਵੀ ਜਾਂਦਾ ਜੀ। ਜਾਣੀ ਇਹੋ ਜਿਹੇ ਹਾਲਾਤ ਬਣਾਤੇ ਆ, ਉਹ ਲੋਕ ਜਦੋਂ ਫਿਰ ਉਹਨਾਂ ਨੂੰ ਘਾਟੇ ਪੈ ਗਿਆ, ਉਹਨਾਂ ਤੋਂ ਮੱਛੀ ਕਿਸੇ ਨੇ ਖਰੀਦੀ ਨਹੀਂ, ਲਈ ਨਹੀਂ। ਉਹੀ ਗੱਲ ਵੀ ਇਹ ਸਹੀ ਨਹੀਂ, ਇਹਦੇ ਪੂੰਗ ਆ ਜਿਹੜੇ ਸਹੀ ਨਹੀਂ ਹੈਗੇ, ਇਹ ਜਿਹੜਾ ਮੱਛੀ ਦਾ ਸਾਈਜ਼ ਆ ਉਹ ਸਹੀ ਨਹੀਂ, ਇਹਦੇ ਵਿੱਚ ਕੰਡਾ ਜ਼ਿਆਦੇ ਆ, ਇੱਦਾਂ ਦੇ ਉਹਨਾਂ ਨੂੰ ਢੁੰਝ ਬਣਾ ਕੇ, ਇੱਦਾਂ ਦੱਸ ਕੇ ਜਾਣੀ ਉਹਨਾਂ ਦਾ ਸਾਰਾ ਪੈਸਾ ਲਵਾ ਕੇ ਤਾਂ ਉਹਨਾਂ ਨੂੰ ਬੇਘਰੇ ਕਰ ਦਿੱਤਾ। ਉਹਨਾਂ ਦੇ ਬੁਰੇ ਹਾਲ ਹੋ ਗਏ ਜੀ। ਜਾਣੀ ਉਹਨਾਂ ਨੂੰ ਜਿਹੜਾ ਲਾਲਚ ਦਿੱਤਾ ਸੀਗਾ, ਲਾਲਚ ਦੇ ਨਾਲ ਉਹ ਲੋਕ ਫਿਰ ਜਦੋਂ ਪੁਲਿਸ ਥਾਣੇ ਗਏ ਤਾਂ ਪੁਲਿਸ ਵਾਲਿਆਂ ਨੇ ਸਿੱਧਾ ਹੀ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਇਹ ਸਾਡਾ ਮਸਲਾ ਨਹੀਂ, ਤੁਸੀਂ ਕੋਰਟ ਜਾਣਾ ਤਾਂ ਚਲ ਜਾਓ। ਪੁਲਿਸ ਵਾਲਿਆਂ ਨੇ ਸਿੱਧਾ ਹੀ ਉਹਨਾਂ ਨੂੰ ਕਲੀਨ ਚਿੱਟ ਦਿੱਤੀ। ਜਾਣੀ ਇਹ ਹਾਲਾਤ ਸੀ ਕੰਟਰੈਕਟ ਫਾਰਮਿੰਗ ਦੇ ਜੀ। ਪੰਜਾਬ ਵਿੱਚ ਜੋ ਪਾਣੀ ਆ ਉਹ ਅੱਗੇ ਤੋਂ ਅੱਗੇ ਡਾਊਨ ਜਾ ਰਿਹਾ, ਲੇਕਿਨ ਜਿਹੜਾ ਝੋਨਾ ਆ ਉਹ ਪੰਜਾਬ ਸਰਕਾਰ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਜ਼ੋਰਾਂ 'ਤੇ ਲੱਗ ਰਿਹਾ। ਕੀ ਹੋਏਗਾ ਪੰਜਾਬ ਦਾ? ਨਹੀਂ ਚਾਹਲ ਜੀ, ਦੇਖੋ ਜਿਹੜੀ ਝੋਨੇ ਦੀ ਗੱਲ ਆ, ਆਪਾਂ ਦੇਖੋ ਝੋਨਾ ਤਾਂ ਲੱਗ ਹੀ ਰਿਹਾ ਆ, ਪਹਿਲਾਂ ਵੀ ਲੱਗਦਾ ਸੀ, ਐਤਕੀ ਵੀ ਲਾਇਆ ਲੋਕਾਂ ਨੇ ਜੀ। ਸੋ ਅਸੀਂ ਐਕਚੁਅਲੀ ਇਹ ਗੱਲ ਆ ਵੀ ਜਾਣੇ ਅਣਜਾਣੇ ਦੇ ਵਿੱਚ ਚਾਹਲ ਜੀ ਬਹੁਤ ਜਿਹੜਾ ਆ ਉਹ ਨੁਕਸਾਨ ਆ ਉਹ ਆਪਣਾ ਅਸੀਂ ਕਰ ਚੁੱਕੇ ਹਾਂ ਜੀ। ਚਾਹੇ ਪਾਣੀ ਦੀ ਗੱਲ ਹੋਵੇ, ਚਾਹੇ ਸਾਡੇ ਨੈਚੁਰਲ ਸਰੋਤ ਆ ਜਿਹੜੇ ਉਹਨਾਂ ਦੀ ਗੱਲ ਕਰੀਏ, ਚਾਹੇ ਆਬੋ ਹਵਾ ਪਾਣੀ ਦੀ ਤਾਂ ਆਪਾਂ ਕਰ ਹੀ ਰਹੇ ਹਾਂ, ਹੋਰ ਵੀ ਬਹੁਤ ਸਾਰੇ ਹੈ ਨਾ ਜੀ। ਦੇਖੋ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਚਾਹਲ ਜੀ ਇਹਨਾਂ ਨੇ ਕੋਈ ਝੋਨੇ ਦਾ ਆਲਟਰਨੇਟਿਵ ਜਿਹੜਾ ਸੀਗਾ ਆ ਉਹ ਸਾਡੇ ਖੇਤੀਬਾੜੀ ਵਾਲਿਆਂ ਨੂੰ ਜਿਹੜੇ ਕਰਦੇ ਆ ਉਹਨਾਂ ਨੂੰ ਨਹੀਂ ਦਿੱਤਾ।
ਜਿਹਦੇ ਕਾਰਨ ਕਰਕੇ ਇਹ ਸਾਰਾ ਕੁਝ ਜਿਹੜਾ ਆ ਦੁਖਾਂਤ ਆ ਉਹ ਵਾਪਰ ਰਿਹਾ ਆ ਪੰਜਾਬ ਦੇ ਵਿੱਚ ਜਾਂ ਨਾਲ ਦੇ ਜਿਹੜੇ ਸੂਬੇ ਦੇ ਵਿੱਚ ਹਰਿਆਣੇ ਦੇ ਵਿੱਚ। ਪਾਣੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਚਾਹਲ ਜੀ ਵੀ ਜਿਹੜਾ ਜਾਣੀ ਕਿ 400 ਫੁੱਟ ਤੱਕ ਡੂੰਘਾ ਹੋ ਗਿਆ ਪੰਜਾਬ ਦੇ ਵਿੱਚ ਜੀ, ਜਾਣੀ ਆਉਣ ਵਾਲਾ ਸਮਾਂ ਇਹੋ ਜਿਹਾ ਹੋ ਜਾਊਗਾ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ ਆ ਉਹਨਾਂ ਨੂੰ ਕੌਣ ਪੁੱਛੂਗਾ ਫਿਰ ਜੀ। ਜੇ ਇੰਨਾ ਡੂੰਘਾ ਪਾਣੀ ਹੋ ਗਿਆ ਫਸਲਾਂ ਨੂੰ ਪਾਣੀ ਲਾਉਣ ਲਈ ਮਿਲੂਗਾ ਕਿੱਦਾਂ, ਜਾਂ ਉਹ ਜਿਹੜਾ ਸਿਸਟਮ ਆ ਉਹ ਚੱਲੂਗਾ ਜਾਂ ਕੋਈ ਹੋਰ ਹੋਊਗਾ। ਇਹ ਸਾਰੇ ਜਿਹੜੇ ਆ ਸਿਸਟਮੈਟਿਕਲੀ ਤਰੀਕਾ ਆ ਜਿਹੜਾ ਇਹ ਸਰਕਾਰਾਂ ਦਾ ਜਾਂ ਯੂਨੀਵਰਸਿਟੀਆਂ ਦਾ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਨੂੰ ਇਹ ਮੁਹੱਈਆ ਕਰਾਉਣ। ਪਰ ਗੌਰਮੈਂਟ ਹੈ ਜਿਹੜੀ ਬਿਲਕੁਲ ਇਹੋ ਜਿਹੀ ਕੋਈ ਚੀਜ਼ ਮੁਹੱਈਆ ਨਹੀਂ ਕਰਾਉਂਦੀ ਹੈਗੀ। ਜਿਹੜੇ ਪੋਲੀਟੀਸ਼ੀਅਨ ਸਿਰਫ ਬਿਜ਼ਨਸਮੈਨ ਬਣ ਕੇ ਰਹਿ ਗਏ ਆ, ਉਹਨਾਂ ਕੋਲ ਪੋਲੀਟਿਕਸ ਕੋਈ ਨਹੀਂ, ਉਹਨਾਂ ਦਾ ਕੰਮ ਆ ਸਿਰਫ ਨੰਬਰਿੰਗ ਹੈ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀ ਵੀ ਤੁਸੀਂ 2-2 ਕਰੋੜ 3-3 ਕਰੋੜ ਦੇ ਕੇ ਤਾਂ ਤੁਸੀਂ MLA ਦੀਆਂ ਸੀਟਾਂ ਲੈ ਲਓ ਤਾਂ ਚੁੱਪ ਕਰੋ ਤੇ ਆਪਣੀਆਂ ਜ਼ਮੀਨਾਂ ਖਰੀਦੋ, ਕਬਜ਼ੇ ਕਰੋ, ਜੋ ਮਰਜ਼ੀ ਕਰੋ ਜੀ, ਤੇ ਅਸੀਂ ਲੋਕਾਂ ਨੂੰ ਕੁਝ ਨਹੀਂ ਦੇਣਾ। ਸੋ ਚਾਹਲ ਜੀ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ 30 ਸਾਲ ਪਿੱਛੇ ਜੇ ਆਪਾਂ 40 ਸਾਲ ਪਿੱਛੇ 50 ਸਾਲ ਪਿੱਛੇ ਆਪਾਂ ਗੱਲ ਕਰ ਲਈ, ਆਪਾਂ ਬਜ਼ੁਰਗਾਂ ਨੂੰ ਆਪਣੇ ਨੂੰ ਪੁੱਛੀਏ ਵੀ ਤੁਸੀਂ ਕਦੀ ਇਹ ਸੋਚਿਆ ਸੀਗਾ ਵੀ ਜਿਹੜਾ ਪਾਣੀ ਆ ਇਹ ਬੋਤਲਾਂ ਦੇ ਵਿੱਚ ਮੁੱਲ ਵਿਕਿਆ ਕਰੂਗਾ ਤੇ ਤੁਸੀਂ ਇਹਨੂੰ ਖਰੀਦਿਆ ਕਰਨਾ? ਬਿਲਕੁਲ। ਤੇ ਮੇਰੇ ਖਿਆਲ ਉਹਨਾਂ ਨੇ ਕਦੀ ਵੀ ਕਿਸੇ ਨੂੰ ਪੁੱਛ ਲਓ ਤਾਂ ਉਹ ਕਦੀ ਨਹੀਂ ਕਹੂਗਾ ਵੀ ਸਾਡੇ ਦਿਮਾਗ ਦੇ ਵਿੱਚ ਜਾਂ ਸਾਡੇ ਜ਼ਿਹਨ 'ਚ ਇਹੋ ਜਿਹੀ ਗੱਲ ਕਦੀ ਆਈ ਹੋਊਗੀ। ਜਿਹੜੀ ਇਹ ਹਾਲਾਤ ਆ ਜਿਹੜੇ ਉਹ ਪੰਜਾਬ ਦੇ ਬਣ ਚੁੱਕੇ ਆ ਤੇ ਸਾਨੂੰ ਇਹਦੇ ਤੋਂ ਸਿੱਖ ਲੈਣੀ ਚਾਹੀਦੀ ਆ ਕਿ ਨਹੀਂ ਤਾਂ ਅਸੀਂ ਰਾਜਸਥਾਨ ਵਾਂਗੂ ਚਾਹਲ ਜੀ ਇਹ ਜਿਹੜਾ ਅਸੀਂ ਸਾਰਾ ਕੁਝ ਇਹ ਨਸ਼ਟ ਕਰੀ ਜਾ ਰਹੇ ਹਾਂ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਫਿਰ ਸਾਡਾ ਜਿਹੜਾ ਹੈ ਸਭ ਕੁਝ ਰੁੜ ਜਾਊਗਾ। ਜਿਹੜੇ ਪੰਜਾਬ ਦੇ ਵਿੱਚ ਜੇ ਇਸ ਵੇਲੇ ਕੁਲਵੰਤ ਜੀ ਜੇ ਗੱਲ ਬਣੀ ਹੋਈ ਤਾਂ ਫਸਲ ਆ। ਹਾਂਜੀ, ਫਸਲ ਅਗਰ ਪੰਜਾਬ 'ਚੋਂ ਚਲੀ ਜਾਏਗੀ ਤਾਂ ਸਨਅਤ ਜਿਹੜੀ ਆ ਉਹ ਆਲਰੇਡੀ ਉਹਨਾਂ ਦੇ ਨਾਲ ਚਲੇ ਗਈ ਸੀ ਜਿਸ ਵੇਲੇ ਖਾੜਕੂ ਲਹਿਰ ਸੀ। ਹਰਿਆਣੇ ਦੇ ਵਿੱਚ ਜਿੰਨਾ ਬਿਜ਼ਨਸ ਆ ਪੰਜਾਬ ਦਾ ਉਹ ਚਲਾ ਗਿਆ ਸੀ ਜਦੋਂ ਜਿੰਨੀ ਦੇਰ ਖਾੜਕੂ ਲਹਿਰ ਰਹੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਬਾਦਲਾਂ ਨੇ ਟੈਕਸ ਇੰਨੇ ਰੱਖ ਦਿੱਤੇ, 2% ਲੈਣਾ ਸ਼ੁਰੂ ਕਰਤਾ, ਵੇ 10 ਤੇ ਆ ਗਏ। ਉਹ ਜਿਹੜਾ ਬਿਜ਼ਨਸ ਆ ਉਹ ਉਨੇ ਪੱਧਰ ਤੇ ਨਹੀਂ ਆਇਆ। ਸਰਕਾਰ ਨੇ ਕਿਉਂਕਿ MSP ਸੀ ਉਹਦੇ ਕਰਕੇ ਜਿਹੜੀ ਆ ਸੈਂਟਰ ਦੀ ਪਾਲਿਸੀ ਕਰਕੇ ਬਚਿਆ ਹੋਇਆ ਸੀ ਪੰਜਾਬ ਤੇ ਥੋੜ੍ਹਾ ਬਹੁਤਾ ਹਰਿਆਣਾ। ਲੇਕਿਨ MSP ਚਲੀ ਗਈ ਆ। ਹੁਣ ਜਿਹੜਾ ਮੈਨੂੰ ਇਹ ਲੱਗ ਰਿਹਾ ਜਿਹੜੀ ਸਰਕਾਰ ਦੀ MSP ਵਾਲੀ ਸਕੀਮ ਆ, ਜੇ ਆਪਾਂ ਝੋਨੇ ਦੀ ਗੱਲ ਕਰਕੇ ਹਟੇ ਹਾਂ ਵੀ ਜਿਹੜਾ ਝੋਨੇ ਨੂੰ ਹਟਾਉਣਾ ਇਹਨਾਂ ਨੂੰ, ਇਹ ਫਿਰ ਸਕੀਮ ਲਾਗੂ ਹੋਏਗੀ? ਨਹੀਂ ਦੇਖੋ MSP ਜਿਹੜੀ ਆ ਚਾਹਲ ਜੀ ਉਹ ਅਲੱਗ ਗੱਲ ਆ। ਉਹਦਾ ਤਾਂ ਮਤਲਬ ਇਹ ਆ ਵੀ ਮਿਨੀਮਮ ਸਪੋਰਟ ਰੇਟ ਹੈ ਨਾ ਜੀ, ਵੀ ਜਣੀ ਉਹ 27 ਫਸਲਾਂ ਦੇ ਉੱਤੇ ਆ। ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ 23 ਫਸਲਾਂ ਤੇ ਆ। ਮੈਂ ਤੁਹਾਨੂੰ ਦੱਸਦਾ, ਮੈਂ ਉੱਧਰ ਹੀ ਆਉਣਾ, ਮੈਂ ਹੈ ਨਾ ਗੱਲ ਕਰਦਾ ਕਲੀਅਰਲੀ। ਦੇਖੋ ਉਹ ਝੋਨੇ ਵਾਲੀ ਗੱਲ ਨਹੀਂ ਹੈ, ਝੋਨੇ ਤੇ ਵੀ ਆ, ਕਣਕ ਤੇ ਵੀ ਆ, ਉਹ ਹੋਰ ਫਸਲਾਂ ਤੇ ਮੱਕੀ ਤੇ ਵੀ ਆ ਨਾ ਜੀ। ਗੱਲ ਇਹ ਨਹੀਂ ਹੈਗੀ ਵੀ ਫਸਲਾਂ ਦਾ ਆਲਟਰਨੇਟਿਵ ਜਿਹੜਾ ਹੈਗਾ ਆ ਉਹ ਤਾਂ ਗੌਰਮੈਂਟ ਨੇ ਦੇਣਾ ਨਾ, ਉਹਦਾ ਮੰਡੀਕਰਨ ਹੋਣਾ ਚਾਹੀਦਾ ਆ। ਚਾਹੇ ਜਿਹੜੀਆਂ ਹੋਰ ਫਸਲਾਂ ਬੀਜਣੀਆਂ, ਦੇਖੋ ਜੇ ਚਾਹੇ ਅਲਸੀ ਆ, ਨਰਮਾ ਆ, ਕਪਾਹ ਆ, ਚਾਹੇ ਹੋਰ ਜਿਹੜੀਆਂ ਫਸਲਾਂ ਮੱਕੀ ਆ, ਜਵਾਰ ਆ ਜਾਂ ਕੋਈ ਵੀ ਆ, ਚਾਹੇ ਛੋਲੇ ਆ, ਦੇਖੋ ਬੀਜਣ ਦੇ ਲਈ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਕਿ ਜਿਹੜੇ ਕਿਸਾਨ ਆ ਉਹ ਬੀਜਣਗੇ ਨਹੀਂ। ਜਦੋਂ ਉਹਦਾ ਮੰਡੀਕਰਨ ਹੋਊਗਾ ਤਾਂ ਉਹ ਜ਼ਰੂਰ ਬੀਜਣਗੇ। ਹੁਣ ਸਰੋਂ ਐਤਕੀ ਦੇਖੋ 6-6 ਹਜ਼ਾਰ ਨੂੰ ਐਤਕੀ ਕੁਆਂਟਲ ਹੈ ਜਿਹੜੀ ਉਹ ਰਾਮਦੇਵ ਨੇ ਚੱਕੀ ਆ। ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ। ਦੇਖੋ ਇਹ ਲਾਲਚ ਦੇ ਕੇ ਸਭ ਕੁਝ ਹੋ ਰਿਹਾ ਆ। ਪੰਜਾਬ ਚਾਹਲ ਜੀ ਇਹੋ ਜਿਹੀ ਕੋਈ ਗੱਲ ਨਹੀਂ ਕਿ ਪੰਜਾਬ ਕੋਲ ਪੈਸਾ ਨਹੀਂ ਹੈ ਜਾਂ ਪੰਜਾਬ ਕੋਲ ਰੁਜ਼ਗਾਰ ਨਹੀਂ ਹੈ ਜਾਂ ਪੰਜਾਬ ਕੋਲ ਜਿਹੜੇ ਆ ਉਹ ਸਰੋਤ ਨਹੀਂ ਹੈਗੇ ਕਿ ਜੋਬਾਂ ਪੈਦਾ ਕਰਨ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਜੇ ਆਪਾਂ ਰੇਤਾ ਬਜਰੀ ਦੀ ਗੱਲ ਕਰੀਏ, ਹਜ਼ਾਰਾਂ ਲੋਕ ਉਹਦੇ ਵਿੱਚ ਕੰਮ ਕਰਦੇ ਨੇ। ਉਹ ਕਿਹਨਾਂ ਦੇ ਕੋਲ ਆ? ਉਹ ਤਾਂ ਇਹੋ ਜਿਹੇ ਸਾਡੇ ਮੁੱਖ ਮੰਤਰੀ ਜਿਹੜੇ ਅਕਾਲੀ ਦਲ ਆ ਜਾਂ ਕਾਂਗਰਸ ਆ, ਇਹਨਾਂ ਦੇ ਜਿਹੜੇ MLA MP ਆ, ਇਹਨਾਂ ਦੇ ਹੱਥ ਦੇ ਵਿੱਚ ਆ। ਸੋ ਮੈਂ ਅੱਗੇ ਵੀ ਗੱਲ ਕੀਤੀ ਆ ਵੀ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹ ਬਿਜ਼ਨਸਮੈਨ ਬਣ ਚੁੱਕੇ ਆ। ਉਹਨਾਂ ਨੇ ਸਾਡਾ ਛੱਡਿਆ ਕੁਛ ਨਹੀਂ। ਜੇ ਕੇਵਲ ਮਾਫੀਆ ਦੀ ਆਪਾਂ ਗੱਲ ਕਰਦੇ ਆ, ਜਿਹੜੀ ਪੰਜਾਬ ਦੀ ਸਾਰੀ ਟਰਾਂਸਪੋਰਟ ਆ ਚਾਹਲ ਜੀ, ਉਹ ਕਿਹਨਾਂ ਕੋਲ ਆ? ਉਹ ਬੱਸਾਂ ਕਿਹਨਾਂ ਕੋਲ ਆ? ਉਹ ਬਾਦਲਾਂ ਕੋਲ, ਰਾਈਟ। ਸੋ ਹੋਰ ਵੀ ਜਿਹੜੀਆਂ ਇੰਡਸਟਰੀ ਦੇ ਵਿੱਚ ਜੇ ਵੀ ਕੋਈ ਚੰਗੀ ਇੰਡਸਟਰੀ ਚੱਲਦੀ ਆ ਜਾਂ ਕੋਈ ਚੰਗਾ ਕਿਸੇ ਦਾ ਢਾਬਾ ਜਾਂ ਰੈਸਟੋਰੈਂਟ ਚੱਲਦਾ ਆ, ਉਹ ਤਾਂ ਇਹ ਕਿਰਪਾਨ ਲੈ ਕੇ ਉਹਦੇ ਧੌਣ ਤੇ ਰੱਖ ਕੇ ਤਾਂ ਖੜੇ ਹੋ ਜਾਂਦੇ ਆ ਉਹਦੇ ਮੂਹਰੇ ਵੀ ਜਾਂ ਤਾਂ ਆਪਣਾ ਇਹ ਬੰਦ ਕਰ ਲਾ ਠੇਕਾ, ਜਾਂ ਨਹੀਂ ਤਾਂ ਫਿਰ ਸਾਡਾ ਹਿੱਸੇਦਾਰੀ ਪਾ ਲਾ। ਚਾਹੇ ਉਹ ਬ੍ਰੈਡ ਫੈਕਟਰੀਆਂ ਹੋਣ, ਚਾਹੇ ਉਹ ਹੋਰ ਹੋਣ। ਦੇਖੋ ਚਾਹਲ ਜੀ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ ਵੀ ਪੰਜਾਬ ਕੋਲ ਰੈਵਨਿਊ ਨਹੀਂ ਹੈਗਾ, ਪੰਜਾਬ ਕੋਲ ਪੈਸਾ ਨਹੀਂ ਹੈਗਾ। ਪੈਸਾ ਬਹੁਤ ਆ। ਇੰਡਸਟਰੀਆਂ ਦੇਖੋ ਚਾਹਲ ਜੀ ਪੰਜਾਬ ਦੇ ਵਿੱਚ ਹੈਗੀਆਂ ਨੇ, ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ ਟੈਕਸ ਹੀ ਇੰਨੇ ਲਾਏ ਹੋਏ ਆ
ਕਿ ਉਹ ਖੱਜਲ ਖੁਆਰ ਹੋ ਕੇ ਤਾਂ ਆਪਣੀ ਜਿਹੜੇ ਛੋਟਾ ਮੋਟਾ ਕੋਈ ਸਨਅਤਕਾਰ ਜਿਹੜੇ ਹੈਗੇ ਨੇ ਉਹ ਕਰਦੇ ਨੇ, ਤਾਂ ਉਹ ਵੀ ਬਾਹਰ ਜਾਣ ਨੂੰ ਕਾਲੇ ਨੇ ਵੀ ਕਿਸੇ ਤਰੀਕੇ ਦੇ ਨਾਲ ਪੰਜਾਬ 'ਚੋਂ ਅਸੀਂ ਬਾਹਰ ਚਲ ਜਾਈਏ, ਕਿਉਂਕਿ ਉਹਨਾਂ ਨੂੰ ਕੋਈ ਇਹੋ ਜਿਹੀ ਸੁਵਿਧਾ ਨਹੀਂ ਹੈਗੀ, ਇਹੋ ਜਿਹਾ ਕੋਈ ਸਿਸਟਮੈਟਿਕਲੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕੋਈ ਭਾਈਵਾਲੀ ਜਾਂ ਕੋਈ ਉਹਨਾਂ ਦੇ ਨਾਲ ਜਾਣੀ ਸਿੰਪਥੀ ਨਹੀਂ ਹੈ ਵੀ ਤੁਸੀਂ ਜਿਹੜਾ ਬਿਜ਼ਨਸ ਆ ਉਹਨੂੰ ਅੱਗੇ ਵਧਾਓ। ਸੋ ਵਧਾਵੇ ਕਿੱਦਾਂ? ਹੁਣ ਬਿਜਲੀ ਦੀ ਆਪਾਂ ਗੱਲ ਕਰੀਏ, ਬਿਜਲੀ ਪੰਜਾਬ ਦੇ ਵਿੱਚ ਬਿਲਕੁਲ ਨਹੀਂ, ਬਿਜਲੀ ਜਦ ਕਿ ਪੰਜਾਬ ਖੁਦ ਪੈਦਾ ਕਰਦਾ ਜੀ, ਪਰ ਉਹਨੂੰ ਸਿਰਫ ਤੇ ਸਿਰਫ ਧੂਆਂ ਫੱਕਣ ਲਈ ਰੱਖਿਆ ਆ ਪੰਜਾਬ ਨੂੰ। ਦੇਖੋ ਸਾਡੇ ਇੰਚ ਸਰਾਂ ਦੇ ਵਿੱਚ ਸੁਆਹ ਪੈਂਦੀ ਆ ਜੀ, ਥਰਮਲ ਪਲਾਂਟਾਂ ਦੀ ਜਿਹੜੀ ਬਿਜਲੀ ਆ ਸਾਰੀ ਕੋਲੇ ਤੋਂ ਬਣਦੀ ਆ, ਤੇ ਉਲਟਾ ਇਹ ਜਿਹੜਾ ਰੌਲਾ ਪਾਉਂਦੇ ਆ ਕਿ ਧੂਆਂ ਹੁੰਦਾ, ਧੂਆਂ ਤਾਂ ਹੋਊਗਾ ਹੀ। ਜਿਹੜੀ ਪੰਜਾਬ ਤੋਂ ਬਿਜਲੀ ਪੈਦਾ ਹੁੰਦੀ ਆ, ਦੇਖੋ ਉਹ ਤਾਂ ਥਰਮਲ ਪਲਾਂਟਾਂ ਦੀ ਪੰਜਾਬ ਵਾਲੀ ਜਿਹੜੀ ਆ ਤਾਂ ਉਹ ਪੰਜਾਬ ਦੇ ਲਈ, ਜਿਹੜੀ ਬਾਕੀ ਜਿਹੜੀ ਭਾਖੜਾ ਡੈਮ ਤੋਂ ਜਾਂ ਹੋਰ ਬਿਜਲੀ ਆ ਉਹ ਜਾਂਦੀ ਆ ਚੰਡੀਗੜ੍ਹ ਨੂੰ ਜਾਂ ਫਿਰ ਦਿੱਲੀ ਨੂੰ ਜਾਂ ਹਰਿਆਣੇ ਨੂੰ। ਜਾਣੀ ਪੰਜਾਬੀਆਂ ਨੂੰ ਤਾਂ ਸਿਰਫ ਜਾਣੀ ਕਿ ਧੂੜ ਫੱਕਣ ਲਈ ਉਹ ਰੱਖਿਆ ਹੈ ਇਹਨਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਖਤਮ ਕਿੱਦਾਂ ਕੀਤਾ ਜਾਵੇ, ਇਹ ਗੱਲਾਂ ਚਾਹਲ ਜੀ। ਲੇਕਿਨ ਮੈਂ ਗੱਲ ਕਰਦਾ ਜੇ ਝੋਨਾ ਜਿਹੜਾ ਆ, ਜਿੰਨਾ ਅਸੀਂ ਝੋਨਾ ਲਾ ਰਹੇ ਹਾਂ, ਤੁਹਾਡੇ ਕੋਲ 1 ਮਿੰਟ ਹੋਏਗਾ, ਝੋਨਾ ਜਿੰਨਾ ਅਸੀਂ ਲਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਗਾਂ ਔਲਾਦ ਆ ਉਹਨਾਂ ਲਈ ਪਾਣੀ ਨਹੀਂ ਬਚੇਗਾ। ਦੇਖੋ ਇਹ ਤਾਂ ਆਪਾਂ ਪਹਿਲਾਂ ਹੀ ਡਿਸਕਸ਼ਨ ਦੇ ਵਿੱਚ ਗੱਲ ਕਰ ਚੁੱਕੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨਹੀਂ ਬਚੇਗਾ। 400 ਫੁੱਟ ਤੋਂ ਵੀ ਜ਼ਿਆਦਾ ਜਿਹੜਾ ਡੂੰਘਾ ਪਾਣੀ ਪੰਜਾਬ ਦੇ ਵਿੱਚ ਹੋ ਗਿਆ, ਜਿਹੜਾ ਕਿ ਪੀਣ ਯੋਗ ਵੀ ਨਹੀਂ ਰਿਹਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਚਾਹਲ ਜੀ, ਪਰ ਇਹ ਜਿਹੜੀ ਇਹਦਾ ਆਲਟਰਨੇਟਿਵ ਆ ਉਹ ਫਰਜ਼ ਤਾਂ ਸਰਕਾਰਾਂ ਦਾ ਬਣਦਾ ਨਾ ਫਿਰ ਜੀ। ਲੋਕ ਆ ਜਿਹੜੇ ਹੁਣ ਪਾਣੀ ਇਕੱਲਾ ਯੂਜ਼ ਆ ਇਕੱਲਾ ਝੋਨੇ ਲਈ ਨਹੀਂ ਹੁੰਦਾ ਚਾਹਲ ਜੀ, ਉਹ ਇੰਡਸਟਰੀ ਲਈ ਕਿੰਨਾ ਯੂਜ਼ ਹੁੰਦਾ ਜੀ। ਜਿਹੜੀਆਂ दारू ਬਣਾਉਣ ਵਾਲੀਆਂ ਫੈਕਟਰੀਆਂ ਨੇ ਉਹ 5 ਤਾਂ ਉਹ ਬਾਦਲਾਂ ਦੀਆਂ ਨੇ ਜੀ, ਰਾਈਟ, ਤੇ ਉਹਨਾਂ ਦੇ ਵਿੱਚ ਕੀ ਉਹ ਯੂਜ਼ ਨਹੀਂ ਹੁੰਦਾ ਪਾਣੀ? ਜਾਂ ਹੋਰ ਜਿਹੜੇ ਸ਼ੈਲਰ ਨੇ, ਸ਼ੈਲਰ ਮਾਲਕ ਆ, ਉਹਨਾਂ ਦੇ ਵਿੱਚ ਪਾਣੀ ਯੂਜ਼ ਨਹੀਂ ਹੁੰਦਾ? ਜਾਂ ਕੋਕਾ ਕੋਲਾ ਬਣਾਉਣ ਵਾਲੀਆਂ ਜਿਹੜੀਆਂ ਜਿੰਨਾ ਵੀ ਇਹ ਆਪਣੇ ਜੂਸ ਬਣਦਾ ਜਾਂ ਜਿਹੜਾ ਫਿਜ਼ੀ ਡਰਿੰਕ ਆ ਉਹਨਾਂ ਦੇ ਵਿੱਚ ਕੀ ਪਾਣੀ ਯੂਜ਼ ਨਹੀਂ ਹੁੰਦਾ? ਸੋ ਜਾਣੀ ਇਹ ਤਾਂ ਇੱਕ ਕਿਸਾਨ ਨੂੰ ਸਿਰਫ ਭੰਡਿਆ ਜਾ ਰਿਹਾ, ਉਹਨੂੰ ਬਦਨਾਮ ਕੀਤਾ ਜਾ ਰਿਹਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਾਂ ਤਾਂ ਜਿਹੜੀ ਗਾਜ ਆ ਫਿਰ ਸਾਰਿਆਂ ਤੇ ਡਿੱਗੇ, ਤਾਂ ਇਹ ਜਿਹੜੀ ਦੇਖ ਰੇਖ ਆ ਇਹ ਗੌਰਮੈਂਟ ਨੇ ਕਰਨੀ ਹੈ, ਨਾ ਕਿ ਇਹ ਲੋਕਾਂ ਨੇ। ਸੋ ਲੋਕਾਂ ਨੂੰ ਇੱਦਾਂ ਦੇ ਹਾਲਾਤਾਂ 'ਚੋਂ ਕੱਢਣਾ ਚਾਹੀਦਾ। ਬਹੁਤ ਮਿਹਰਬਾਨੀ ਜੀ। ਪਿਆਰੇ ਦਰਸ਼ਕੋ, ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਨੂੰ ਕਿਵੇਂ ਲੱਗਾ? ਹਾਲਾਂਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਰਹਿ ਗਈਆਂ ਸੀ, ਸੋ ਅਗਲੀ ਵਾਰ ਅਸੀਂ ਫਿਰ ਤੁਹਾਡੇ ਰੂਬਰੂ ਹੋਵਾਂਗੇ, ਮੈਂ ਤੇ ਕੁਲਵੰਤ ਜੀ। ਜੈ ਗੁਰਦੇਵ। ਹਾਂਜੀ ਚਾਹਲ ਜੀ, ਤੁਹਾਡਾ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਰੋਤਿਆਂ ਦਾ ਵੀ, ਦੇਖਣ ਵਾਲਿਆਂ ਦਾ ਜੀ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੁੰਦਾ। ਜੈ ਗੁਰਦੇਵ, ਜੈ ਭੀਮ। ਧੰਨਵਾਦ ਜੀ।